ਰਿਹਾ। ਗੁਰੂ ਨਾਨਕ ਨੇ ਕਿਹਾ, ਕਿਰਪਾ ਰਾਮ ਪ੍ਰਭਾਕਰ, ਜੇ ਬਾਹਰਲੀ ਰੋਸ਼ਨੀ ਦੇ ਨਾਲ ਕਰਮਾਂ ਦਾ ਹਨੇਰਾ ਦੂਰ ਨਾ ਹੁੰਦਾ ਹੋਵੇ, ਉਦੋਂ ਫਿਰ ਗੁਰੂ ਦੇ ਸ਼ਬਦ ਦੀ ਜੋਤ ਪ੍ਰਗਟ ਕਰੀਦੀ ਹੈ। ਸਤਿਗੁਰ ਨੇ ਕਿਹਾ, ਗੁਰ ਸਾਖੀ ਜੋਤ ਪ੍ਰਗਟ ਹੋਏ, ਤੂੰ ਉਹ ਗੁਰੂ ਦੀ ਸਿੱਖਿਆ ਦੀ, ਗੁਰੂ ਦੇ ਸ਼ਬਦ ਦੀ ਜੋਤ ਪ੍ਰਗਟ ਕਰ। ਕਹਿਣ ਲੱਗਾ ਜੀ, ਉਹ ਜੋਤ ਪ੍ਰਗਟ ਹੋ ਕਰਕੇ ਕੀ ਕਰਦੀ ਹੈ? ਸਤਿਗੁਰੂ ਕਹਿੰਦੇ, ਉਹ ਜੋਤ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਕਿਰਪਾ ਰਾਮ ਉਹ ਸ਼ਬਦ ਦੀ ਜੋਤ ਹੀ ਤੇ ਹੈ ਜਿਹੜੀ ਸਾਰੇ ਸੰਸਾਰ ਨੂੰ ਚਲਾ ਰਹੀ ਹੈ, ਸਾਰੇ ਸੰਸਾਰ ਨੂੰ ਪ੍ਰਕਾਸ਼ਮਾਨ ਕਰ ਰਹੀ ਹੈ। ਬਸ ਤੂੰ ਇੱਕ ਓੰਕਾਰ ਦਾ ਪੱਲਾ ਫੜ ਕੇ ਸ਼ਬਦ ਦੀ ਜੋਤ ਜਗਾ ਲੈ। ਜਿਨ੍ਹਾਂ ਦੀ ਰਸਨਾ ਦੇ ਉੱਤੇ ਸ਼ਬਦ ਟਿਕ ਜਾਂਦਾ ਹੈ, ਹਿਰਦੇ ਵਿੱਚ ਸ਼ਬਦ ਦੀ ਜੋਤ ਟਿਕ ਜਾਂਦੀ ਹੈ, ਬਸ ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੇ ਕਰਮਾਂ ਦੇ ਵਿੱਚ ਫਿਰ ਕਦੇ ਮੁੜ ਹਨੇਰਾ ਨਹੀਂ ਆਉਂਦਾ। ਇਹ ਹੈ ਸ਼ਬਦ ਦੀ ਜੋਤ ਦਾ। ਤਾਂ ਹੀ ਆਪਾਂ ਆਰਤੀ ਵਿੱਚ ਇੱਕ ਸ਼ਬਦ ਪੜ੍ਹਦੇ, ਨਾਮ ਤੇਰੇ ਕੀ ਜੋਤ ਲਗਾਈ। ਜੋਤ ਤੇ ਆਪਾਂ ਸਾਰੇ ਬਾਹਰਲੀ ਲਾਉਂਦੇ ਹਾਂ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਤੂੰ ਨਾਮ ਦੀ ਜੋਤ ਲਾ। ਪੁੱਛਿਆ ਜੀ, ਨਾਮ ਦੀ ਜੋਤ ਨਾਲ ਕੀ ਹੁੰਦਾ? ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਭਵਨ ਸਗਲਾਰੇ। ਬਾਹਰਲੀ ਜੋਤ ਇੱਕ ਕਮਰੇ ਨੂੰ ਚਾਨਣ ਦੇ ਸਕਦੀ ਹੈ, ਵੱਧ ਤੋਂ ਵੱਧ ਵੱਡੀ ਜੋਤ ਲਗਾ ਲਈਏ ਇੱਕ ਘਰ ਨੂੰ ਚਾਨਣ ਦੇ ਸਕਦੀ ਹੈ, ਪਰ ਕਦੇ ਵੀ ਉਹ ਜੋਤ ਬਾਹਰਲੀ ਅੰਦਰ ਚਾਨਣ ਨਹੀਂ ਦਿੰਦੀ। ਗੁਰੂ ਨਾਨਕ ਸਾਹਿਬ ਕਹਿੰਦੇ, ਸਿੱਖਾ ਤੂੰ ਇੱਕ ਓੰਕਾਰ ਸ਼ਬਦ ਦੀ ਜੋਤ ਲਾ। ਇਹ ਸ਼ਬਦ ਦੀ ਜੋਤ ਵਿੱਚ ਕਲਾ ਹੈ। ਭਇਓ ਉਜਿਆਰੋ ਭਵਨ ਸਗਲਾਰੇ। ਇਹ ਕੇਵਲ ਤੇਰੇ ਅੰਦਰ ਚਾਨਣ ਨਹੀਂ ਕਰੇਗੀ, ਬਲਕਿ ਕੁੱਲ ਕਾਇਨਾਤ ਖੰਡਾਂ ਬ੍ਰਹਮੰਡਾਂ ਤੱਕ ਤੇਰਾ ਚਾਨਣ ਜਾਵੇਗਾ। ਜੇ ਬਾਬਾ ਦੀਪ ਸਿੰਘ ਦੀ ਜੈ ਜੈਕਾਰ ਹੈ, ਬਾਬਾ ਦੀਪ ਸਿੰਘ ਨੂੰ ਪੂਜਿਆ ਜਾਂਦਾ ਹੈ, ਕਾਰਨ ਇਹ ਹੈ ਸ਼ਬਦ ਦੀ ਜੋਤ ਹੈ, ਉੱਥੇ ਸ਼ਬਦ ਪ੍ਰਕਾਸ਼ਮਾਨ ਹੈ। ਜਿਸ ਤਰ੍ਹਾਂ ਭਾਈ ਸਾਹਿਬ ਨੇ ਸੁਣਾਇਆ ਨਾ ਕਿ ਕਿਉਂਕਿ ਪਹਿਲਾਂ ਤਾਂ ਘਰ ਵਿੱਚ ਪੁੱਤਰ ਹੀ ਨਹੀਂ ਸੀ ਇਹਨਾਂ ਦੇ, ਭਾਈ ਭਗਤੇ ਦੇ ਘਰ ਵਿੱਚ ਖੇਤਾਂ ਵਿੱਚ ਬੈਠੇ ਸਨ, ਬੜੀ ਨਿਰਾਸ਼ਤਾ ਸੀ ਚਿਹਰੇ 'ਤੇ। ਰਾਹ ਤੋਂ ਜਾਂਦੇ ਗੁਰਸਿੱਖ ਨੇ ਪੁੱਛਿਆ, ਹੋਵੇ ਸਿੱਖ ਤੇ ਚਿਹਰੇ 'ਤੇ ਨਿਰਾਸ਼ਤਾ ਕਾਹਦੀ? ਕਿਉਂਕਿ ਜਿਹੜਾ ਜਪਜੀ ਸਾਹਿਬ ਰੋਜ਼ ਪੜ੍ਹਦਾ ਉਹ ਤੇ ਨਾਨਕ ਭਗਤਾਂ ਸਦਾ ਵਿਗਾਸ ਸਦਾ ਖੇੜੇ ਵਿੱਚ ਹੈ। ਜੇ ਜਪਜੀ ਪੜ੍ਹ ਕੇ ਵੀ ਚਿਹਰੇ ਮੁਰਝਾਏ ਨੇ, ਜੇ ਜਪਜੀ ਪੜ੍ਹ ਕੇ ਵੀ ਚਿਹਰੇ ਦੇ ਉੱਤੇ ਦੁਖੀ ਹੈ, ਜੇ ਚਿਹਰੇ ਦੇ ਉੱਤੇ ਸ਼ਿਕਵਾ ਹੈ, ਫਿਰ ਹਜੇ ਜਪਜੀ ਸਾਹਿਬ ਅੰਦਰ ਨਹੀਂ ਗਿਆ। ਜਿਹਦੇ ਅੰਦਰ ਚਲਿਆ ਜਾਂਦਾ ਹੈ ਉਹ ਤਾਂ ਦੇਗਾਂ ਵਿੱਚ ਵੀ ਚੌਂਕੜਾ ਲਾ ਕੇ ਬਹਿ ਜਾਵੇ, ਚਿਹਰੇ ਦੀ ਲਾਲੀ ਦੂਰ ਨਹੀਂ ਹੁੰਦੀ। ਇਹ ਤੇ ਬੋਲਿਆ ਨਾ, ਤੇ ਮਾਤਾ ਜਿਉਣੀ ਨੇ ਕਹਿ ਦਿੱਤਾ ਵੀ ਔਲਾਦ ਦਾ ਸੁੱਖ ਨਹੀਂ, ਤੇ ਉਹਨੇ ਕਿਹਾ ਸ਼ਬਦ ਦਾ ਪੱਲਾ ਫੜੋ, ਸ਼ਬਦ ਦਾ ਵਿੱਚ ਤਾਕਤ ਹੈ। ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ। ਉਹਦੇ ਘਰ ਦੇ ਵਿੱਚ ਹਰ ਇੱਕ ਦਾਤ ਹੈ, ਪਰ ਮਿਲਦੀ ਉਹਨੂੰ ਹੈ ਜਿਹੜਾ ਸ਼ਬਦ ਦਾ ਪੱਲਾ ਫੜਦਾ। ਆਪਾਂ ਵੀ ਕਈ ਵਾਰ ਦਾਤ ਨਾ ਹੋਵੇ ਭਟਕਦੇ ਹਾਂ ਥਾਂ ਥਾਂ 'ਤੇ। ਦਾਸ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਗਿਆ, ਅਤੇ ਉੱਥੇ ਉਹਨਾਂ ਦੇ ਘਰ ਦੇ ਵਿੱਚ ਵੀ ਬੱਚਾ ਨਹੀਂ ਸੀ ਹੋ ਰਿਹਾ। ਉਹਨਾਂ ਨੇ ਦਾਸ ਨੂੰ ਕਿਸੇ ਦਾ ਕਿਹਾ ਵੀ ਉਹਨਾਂ ਨਾਲ ਮਿਲਣਾ ਹੈ। ਮੈਂ ਪੁੱਛਿਆ ਵੀ ਕਿਉਂ? ਕਹਿੰਦੇ ਪੁੱਤਰ ਨਹੀਂ ਹੋ ਰਿਹਾ। ਮੈਂ ਕਿਹਾ ਜੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਧਰਤੀ 'ਤੇ ਰਹਿ ਕੇ ਵੀ ਤੁਹਾਨੂੰ ਭਟਕਣਾ ਪੈ ਜੇ, ਫਿਰ ਦੁਨੀਆ ਦੀ ਕੋਈ ਤਾਕਤ ਪੁੱਤਰ ਦੇ ਵੀ ਨਹੀਂ ਸਕਦੀ। ਜੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਣਾ ਦੇ ਉਸ ਪਾਵਨ ਸਥਾਨ 'ਤੇ ਉੱਥੇ ਰਹਿ ਕੇ ਵੀ ਝੋਲੀ ਖਾਲੀ ਹੈ, ਫਿਰ ਕਾਰਨ ਇਹ ਹੈ ਵੀ ਉੱਠ ਕੇ ਕਦੇ ਜਪਜੀ ਨਹੀਂ ਪੜ੍ਹਿਆ, ਕਦੇ ਜਾਪ ਸਾਹਿਬ ਨਹੀਂ ਪੜ੍ਹਿਆ। ਜੇ ਪੜ੍ਹਿਆ ਹੋਵੇ ਫਿਰ ਤਾਂ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਭੁੱਖਾਂ ਤੇ ਦੂਰ ਕਰ ਦਿੰਦਾ, ਉਹ ਤੇ ਭੁੱਖਾਂ ਦੂਰ ਕਰਨ ਵਾਲਾ ਬਣਾ ਦਿੰਦਾ ਜੇ ਸ਼ਬਦ ਹਿਰਦੇ ਵਿੱਚ ਹੋਵੇ। ਗੁਰਸਿੱਖ ਨੇ ਸਿੱਧੇ ਰਸਤੇ ਪਾਇਆ, ਗੁਰੂ ਨਾਨਕ ਨੇ ਕਿਰਪਾ ਕੀਤੀ, ਘਰ ਵਿੱਚ ਪੁੱਤਰ ਹੋ ਗਿਆ। ਅਤੇ ਆਪ ਜੀ ਨੇ ਸੁਣਿਆ ਕਿ ਕਿਸ ਤਰ੍ਹਾਂ 17-18 ਸਾਲ ਦੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗਏ ਆ। ਹੁਣ ਵੇਖੋ, ਜਦੋਂ ਸੰਗਤ ਵਿੱਚ ਗਏ ਨੇ ਨਾ, ਜਿਹੜਾ ਸੰਗਤ ਵਿੱਚ ਕੀਰਤਨ ਹੁੰਦਾ ਜਾਂ ਕਥਾ ਹੁੰਦਾ, ਸੱਚਮੁੱਚ ਜੇ ਕੀਰਤਨ ਜਾਂ ਕਥਾ ਵੀ ਭਾਵਨਾ ਨਾਲ ਕੋਈ ਸੁਣੇ ਅਤੇ ਸੁਣ ਕਰਕੇ ਅੰਦਰ ਲਿਜਾਵੇ, ਅਤੇ ਚੱਲ ਰਿਹਾ ਕੀਰਤਨ ਵੀ ਸਾਡੇ ਜਨਮਾਂ ਜਨਮਾਂ ਦੀ ਮੈਲ ਨੂੰ ਧੋ ਕੇ ਸਾਡੇ ਕਰਮਾਂ ਵਿੱਚ ਉਹ ਦਾਤ ਪਾ ਦਿੰਦਾ ਹੈ,
ਜਿਹੜੀ ਦੁਨੀਆ ਦਾ ਮੁੱਲ ਪਾ ਕੇ ਨਹੀਂ ਮਿਲਦੀ। ਸੰਗਤ ਵਿੱਚ ਕੀਰਤਨ ਹੋ ਰਿਹਾ ਸੀ ਸ਼ਬਦ ਦਾ। ਗੁਰੂ ਕੇ ਕੀਰਤਨੀਏ ਪੜ੍ਹ ਰਹੇ ਸਨ। ਸਤਿਗੁਰ ਸ਼ਬਦ ਉਜਾਰੋ ਦੀਪਾ, 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 ਸਤਿਗੁਰ ਸ਼ਬਦ ਉਜਾਰੋ। ਹੁਣ ਸ਼ਬਦ ਅਣਿਆਲੇ ਤੀਰ ਦੀ ਤਰ੍ਹਾਂ ਅੰਦਰ ਜਾ ਰਿਹਾ ਹੈ ਉਸ ਬਾਲ ਰੂਪ ਦੇ ਬਾਬਾ ਦੀਪ ਸਿੰਘ ਦੇ। ਕਿਉਂ? ਮਾਂ ਨੇ ਜਦੋਂ ਘਰ ਵਿੱਚ ਬੁਲਾਉਣਾ ਤੇ ਕਹਿਣਾ ਦੀਪਿਆ ਇੱਧਰ ਆ, ਜਾਂ ਘਰਦਿਆਂ ਨੇ ਨਾਮ ਹੀ ਦੀਪਾ ਰੱਖਿਆ ਹੋਇਆ ਸੀ। ਤੇ ਜਦੋਂ ਗੁਰੂ ਕੀ ਬਾਣੀ ਵੀ ਨਾਲ ਚੋਟ ਲਾਵੇ, ਸਤਿਗੁਰ ਸ਼ਬਦ ਉਚਾਰੋ ਦੀਪਾ। ਕਈ ਵਾਰ ਕੁਝ ਪੰਕਤੀਆਂ ਗੁਰਬਾਣੀ ਵਿੱਚ ਐਸੀਆਂ ਹੁੰਦੀਆਂ ਬੰਦੇ ਨੂੰ ਇਸ ਤਰ੍ਹਾਂ ਲੱਗਦਾ ਪੰਕਤੀ ਸੁਣ ਕੇ ਸ਼ਾਇਦ ਇਹ ਪੰਕਤੀ, ਇਹ ਬਾਣੀ ਸਿੱਧਾ ਮੇਰੇ ਤੇ ਚੋਟ ਲਗਾ ਰਹੀ ਹੈ। ਜਦੋਂ ਇਹ ਸ਼ਬਦ ਬਾਬਾ ਦੀਪ ਸਿੰਘ ਦੇ ਹਿਰਦੇ ਵਿੱਚ ਜਾ ਰਿਹਾ ਸੀ, ਨੇਤਰਾਂ ਵਿੱਚ ਜਲ ਆ ਰਿਹਾ ਸੀ, ਨੇਤਰਾਂ ਵਿੱਚੋਂ ਵਿਰਾਗ ਆ ਰਿਹਾ ਸੀ, ਕਿਉਂਕਿ ਇਸ ਪੰਕਤੀ ਦੇ ਅਰਥ ਵੀ ਬੜੇ ਸਿੱਧੇ ਜਿਹੇ ਆ ਵੀ ਸਤਿਗੁਰ ਸ਼ਬਦ ਉਜਾਰੋ ਦੀਪਾ। ਸਤਿਗੁਰ ਦਾ ਦਿੱਤਾ ਹੋਇਆ ਸ਼ਬਦ ਹੀ ਦੀਪ ਨੂੰ ਪ੍ਰਕਾਸ਼ਮਾਨ ਕਰ ਸਕਦਾ, ਨਹੀਂ ਤਾਂ ਹਨੇਰਾ ਹੈ। ਨੇਤਰਾਂ ਵਿੱਚ ਵੈਰਾਗ ਆ ਰਿਹਾ ਹੈ। ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਵਿੱਚ ਤੀਰ ਹੈ। ਅੱਜ ਵੀ ਹਜੂਰ ਸਾਹਿਬ ਜਾਓ, ਜਦੋਂ ਕੋਈ ਅਰਦਾਸ ਲਈ ਸਰੋਪਾ ਜਾਂ ਕੁਝ ਵੀ ਲੈ ਕੇ ਜਾਂਦੇ ਆ, ਉਹ ਤੀਰ ਛਵਾਉਂਦੇ ਨੇ। ਕਹਿੰਦੇ ਉਹ ਤੀਰ ਕਲਗੀਆਂ ਵਾਲੇ ਦੇ ਹੱਥਾਂ ਵਿੱਚ ਹੋਇਆ ਕਰਦਾ ਸੀ। ਕਿਸੇ ਨੂੰ ਅਸੀਸ ਦੇਣੀ, ਉਹ ਤੀਰ ਸੀਸ ਤੇ ਰੱਖਣਾ। ਕਿਸੇ ਦੀ ਦਾਤ ਆਉਣੀ, ਕਿਸੇ ਨੂੰ ਦਾਤ ਦੇਣੀ, ਉਹ ਤੀਰ ਸਤਿਗੁਰੂ ਨੇ ਛਵਾਉਣਾ। ਕੋਈ ਭੇਟਾ ਲੈ ਕੇ ਆਵੇ, ਸਤਿਗੁਰੂ ਨੇ ਤੀਰ ਛਵਾਉਣਾ। ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਨੇ ਤੀਰ ਉਠਾਇਆ। ਤੀਰ ਦੀ ਨੋਕ ਸੰਗਤ ਵਿੱਚ ਸਭ ਤੋਂ ਪਿੱਛੇ ਬੈਠੇ ਹੋਏ ਉਸ ਬੱਚੇ ਵੱਲ ਕੀਤੀ। ਤੀਰ ਦੀ ਨੋਕ ਦੇ ਨਾਲ ਇਸ਼ਾਰਾ ਕੀਤਾ ਆਲਮ ਸਿੰਘ ਨਚਨੇ ਨੂੰ ਕਿ ਉਸ ਬਾਲਕ ਨੂੰ ਬੁਲਾਇਆ ਜਾਵੇ। ਹੁਣ ਜਦੋਂ ਉਹ ਜਾ ਰਹੇ ਆ ਗੁਰੂ ਦੇ ਸਾਹਮਣੇ, ਕਹਿੰਦੇ ਜਦੋਂ ਨੇੜੇ ਨਜ਼ਦੀਕ, ਜਿੰਨਾ ਜ਼ਿਆਦਾ ਨਜ਼ਦੀਕ ਜਾ ਰਹੇ ਆ ਉਨਾ ਜ਼ਿਆਦਾ ਅੰਦਰ ਆਤਮਾ ਨੂੰ, ਰੂਹ ਨੂੰ ਖੇੜਾ ਆ ਰਿਹਾ। ਜਦੋਂ ਕਿਤੇ ਭਵਰੇ ਨੂੰ ਵੇਖੋ ਨਾ, ਫੁੱਲ ਦੇ ਕੋਲ ਜਾ ਰਿਹਾ ਹੋਵੇ, ਫੁੱਲ ਦੇ ਜਿੰਨਾ ਨਜ਼ਦੀਕ ਜਾਵੇਗਾ ਅੰਦਰ ਦੀ ਗੂੰਜ ਓਨੀ ਜ਼ਿਆਦਾ ਵੱਧ ਜਾਂਦੀ ਆ, ਭਵਰੇ ਦੀ ਆਵਾਜ਼ ਓਨੀ ਜ਼ਿਆਦਾ ਕਰਨ ਲੱਗ ਜਾਂਦਾ। ਜਿੰਨਾ ਫਿਰ ਫੁੱਲ ਦੇ ਨਜ਼ਦੀਕ ਜਾਵੇਗਾ ਓਨਾ ਜ਼ਿਆਦਾ ਭਵਰਾ ਉਛਾਲੇ ਜੇ ਮਾਰਦਾ, ਕਿਉਂਕਿ ਅੰਦਰੋਂ ਇੱਕ ਉਤਸੁਕਤਾ ਵੱਧ ਰਹੀ ਹੈ, ਉਤਸ਼ਾਹ ਵੱਧ ਰਿਹਾ ਹੈ। ਬਸ ਇਹ ਉਤਸ਼ਾਹ ਸਿੱਖ ਕੋਲ ਹੋਣਾ ਚਾਹੀਦਾ। ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਈਏ, ਆਪਾਂ ਤੇ ਆਉਂਦੇ ਆ ਮੱਥਾ ਟੇਕਦੇ ਆ, ਅੱਖਾਂ ਕਿਤੇ ਹੁੰਦੀਆਂ, ਹੱਥ ਕਿਤੇ ਹੁੰਦੇ ਆ, ਬਸ ਲੋਕਾਂ ਨੂੰ ਵਿਖਾਉਣ ਲਈ 10 ਦਾ ਨੋਟ ਧਰਦੇ ਆ, ਸਿਰ ਧਰਦੇ ਆ, ਮੱਥਾ ਟੇਕਦੇ ਆ, ਤੁਰ ਜਾਂਦੇ ਆ। ਨਾ ਤਾਂ ਸ਼ਬਦ ਵਿੱਚੋਂ ਗੁਰੂ ਨਾਨਕ ਮਿਲਦਾ, ਨਾ ਸ਼ਬਦ ਵਿੱਚੋਂ ਬਾਜਾਂ ਵਾਲਾ ਮਿਲਦਾ। ਬਸ ਲੋਕਾਂ ਨੂੰ ਵਿਖਾਉਣ ਵਾਸਤੇ ਸਿਰ ਧਰ ਕੇ, ਸਿਰ ਚੱਕ ਕੇ ਸੰਗਤ ਵਿੱਚ ਬਹਿ ਜਾਂਦੇ ਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕਿ ਜਿਸ ਤਰ੍ਹਾਂ ਭਵਰਾ ਫੁੱਲ ਦੇ ਨਜ਼ਦੀਕ ਜਾਂਦੇ ਜਿੰਨਾ ਜ਼ਿਆਦਾ ਉਤਸ਼ਾਹ ਵਿੱਚ ਆਉਂਦਾ ਹੈ, ਇੱਕ ਤੜਪ ਵੱਧਦੀ ਹੈ ਵੀ ਇਸ ਵਿੱਚੋਂ ਰਸ ਆਵੇਗਾ। ਭਵਰੇ ਨੂੰ ਪਤਾ ਹੈ ਰਸ ਬਨਾਵਟੀ ਫੁੱਲਾਂ 'ਚੋਂ ਨਹੀਂ ਆਉਂਦਾ, ਰਸ ਅਸਲੀ ਫੁੱਲ ਵਿੱਚੋਂ ਆਵੇਗਾ। ਬਸ ਅੱਜ ਸਿੱਖ ਰੂਪੀ ਭਵਰਿਆਂ ਨੂੰ ਸਮਝਣਾ ਪਵੇਗਾ, ਬਨਾਵਟੀ ਫੁੱਲ ਬੜੇ ਤੁਰੇ ਫਿਰਦੇ ਆ। ਚੇਤੇ ਰੱਖਿਓ, ਜੇ ਰਸ ਆਉਣਾ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਫੁੱਲ ਵਿੱਚੋਂ ਆਉਣਾ ਹੈ। ਅੰਦਰ ਖੇੜਾ ਤੇ ਹੋਵੇ, ਅੰਦਰ ਚਾਅ ਤੇ ਹੋਵੇ ਗੁਰੂ ਕੋਲ ਜਾਣ ਦਾ, ਨੇਤਰਾਂ ਵਿੱਚ ਉਹ ਤੜਪਤਾ ਹੋਵੇ, ਉਹ ਕਸ਼ਿਸ਼ ਤਾਂ ਹੋਵੇ, ਉਹ ਚਾਹਤ ਤਾਂ ਹੋਵੇ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਇਹ ਤੜਪ ਦੇ ਨਾਲ ਅੱਗੇ ਵਧੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸਵਾਮੀ ਨੇ ਨਾਮ ਪੁੱਛਿਆ, ਬੇਟਾ ਨਾਮ ਕੀ ਹੈ? ਤੇ ਬਾਬਾ ਦੀਪ ਸਿੰਘ ਜੀ ਨੇ ਦੱਸਿਆ ਕਿ ਘਰਦਿਆਂ ਨੇ ਨਾਮ ਦੀਪਾ ਰੱਖਿਆ ਹੋਇਆ। ਜਦੋਂ ਦੀਪਾ ਕਿਹਾ, ਰਸਨਾ ਤੋਂ ਨੇਤਰਾਂ ਵਿੱਚੋਂ ਜਲ ਸਾਂਭਿਆ ਨਾ ਗਿਆ, ਜਲ ਬਾਹਰ ਆਉਣ ਲੱਗ ਪਿਆ। ਦਸ਼ਮੇਸ਼ ਸਤਿਗੁਰੂ ਨੇ ਪੁੱਛਿਆ
ਕਿ ਬੇਟਾ ਇੰਨਾ ਵਿਰਾਗ ਕਿਸ ਗੱਲ ਦਾ। ਜਦੋਂ ਸੁਭਾਵਿਕ ਹੈ ਛੋਟੀ ਉਮਰ ਹੋਵੇ ਤੇ ਇਹ ਸਵਾਲ ਬਣਦਾ ਸੀ। ਸਤਿਗੁਰੂ ਨੂੰ ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਨਾਮ ਤਾਂ ਦੀਪਾ ਹੈ, ਪਰ ਅੰਦਰ ਹਲੇ ਤੱਕ ਦੀਪ ਨਹੀਂ ਜਗਿਆ, ਹਲੇ ਤੱਕ ਅੰਦਰ ਹਨੇਰਾ ਹੈ। ਤੁਸੀਂ ਨੇਤਰ ਬੰਦ ਕਰਕੇ ਬਹਿ ਜਾਓ, ਬਾਹਰ ਸੂਰਜ ਹੈ, ਅੰਦਰ ਲਾਈਟਾਂ ਜਗ ਰਹੀਆਂ, ਨੇਤਰ ਬੰਦ ਕਰਕੇ ਬਵੋਗੇ ਅੱਖਾਂ ਦੇ ਸਾਹਮਣੇ ਕੁੱਪ ਹਨੇਰਾ ਹੀ ਆਉਣਾ। ਤੇ ਸਾਨੂੰ ਲੱਗਦਾ ਵੀ ਪਲਕਾਂ ਬੰਦ ਕੀਤੀਆਂ ਸ਼ਾਇਦ ਤਾਂ ਹਨੇਰਾ ਆਉਂਦਾ, ਪਰ ਨਹੀਂ, ਅੰਦਰ ਹਨੇਰਾ ਹੈ ਹੰਕਾਰ ਦਾ, ਅੰਦਰ ਹਨੇਰਾ ਹੈ ਜੀਵ ਆਤਮਾ ਤੋਂ ਪਰਮਾਤਮਾ ਦੇ ਪਏ ਹੋਏ ਵਿਛੋੜੇ ਦਾ। ਉਸ ਹਨੇਰੇ ਨੂੰ ਸ਼ਬਦ ਦੀ ਜੋਤ ਨੇ ਦੂਰ ਕਰਨਾ ਹੈ। ਬਾਬਾ ਦੀਪ ਸਿੰਘ ਨੇ ਕਿਹਾ, ਪਾਤਸ਼ਾਹ ਨਾਮ ਤਾਂ ਦੀਪਾ ਹੈ, ਪਰ ਜੀਵਨ ਵਿੱਚ ਹਨੇਰਾ ਹੈ। ਸਤਿਗੁਰੂ ਨੇ ਕਿਹਾ, ਬੇਟਾ ਗੁਰੂ ਨਾਨਕ ਦੇ ਘਰ ਵਿੱਚ ਰਹਿ ਕੇ ਸਤਿਗੁਰ ਦਾ ਸ਼ਬਦ ਕਮਾ, ਸਤਿਗੁਰ ਦਾ ਸ਼ਬਦ ਕਮਾਇਆ, ਤੇਰੇ ਜੀਵਨ ਦੇ ਵਿੱਚ ਦੀਪ ਜਗ ਜਾਵੇਗਾ। ਇਹ ਆਨੰਦਪੁਰ ਦੀ ਧਰਤੀ ਤੇ ਰਹੇ। ਇਹਨਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿ ਕਰਕੇ ਬਾਜਾਂ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕੀਤੀ ਹੈ। ਸਤਿਗੁਰ ਦੇ ਘਰ ਵਿੱਚ ਭਾਂਡੇ ਮਾਂਜੇ, ਜੋੜੇ ਝਾੜੇ। ਸਤਿਗੁਰ ਦੇ ਘਰ ਵਿੱਚ ਰਹਿ ਕਰਕੇ ਧੰਨ ਬਾਬਾ ਦੀਪ ਸਿੰਘ ਨੇ ਭਾਈ ਮਨੀ ਸਿੰਘ ਸਾਹਿਬ ਪਾਸੋਂ ਬਾਣੀ ਦੀ ਸੰਥਿਆ ਲਈ ਹੈ। ਜੋ ਧਾਰਮਿਕ ਗ੍ਰੰਥਾਂ ਦਾ ਬਾਣੀ ਦਾ ਗਿਆਨ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦ੍ਰਿੜ ਕਰਵਾ ਰਹੇ ਆ। ਪਰ ਵੇਖੋ, ਸਤਿਗੁਰ ਦਾ ਸ਼ਬਦ ਦੋ ਗੱਲਾਂ ਕਰਕੇ ਹੀ ਪ੍ਰਕਾਸ਼ਮਾਨ ਹੁੰਦਾ ਹੈ, ਇੱਕ ਸੇਵਾ ਤੇ ਦੂਸਰਾ ਸਿਮਰਨ ਤੇ ਤੀਸਰਾ ਭਾਵਨਾ। ਜੇ ਭਾਵਨਾ ਨਾ ਹੋਵੇ ਸੇਵਾ ਸਿਮਰਨ ਵੀ ਕੰਮ ਨਹੀਂ, ਤੇ ਜੇ ਸੇਵਾ ਸਿਮਰਨ ਨਾ ਹੋਵੇ ਕੱਲੀ ਭਾਵਨਾ ਵੀ ਕੁਝ ਨਹੀਂ ਕਰ ਸਕਦੀ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਇੱਕ ਗੱਲ ਸਮਝਾਈ ਹੈ ਵੀ 3 ਕੰਮ ਕਰਨੇ ਪੈਣਗੇ ਜਪਜੀ ਨੂੰ ਅੰਦਰ ਵਸਾਉਣ ਲਈ। ਪੁੱਛਿਆ ਜੀ ਕੀ? ਸਤਿਗੁਰੂ ਕਹਿੰਦੇ ਪਹਿਲਾ ਕੰਮ ਕਰਨਾ ਪਏਗਾ ਸੁਣਿਆ, ਗੁਰੂ ਦੇ ਉਪਦੇਸ਼ ਨੂੰ ਸੁਣਨਾ ਪਵੇਗਾ, ਗੁਰੂ ਬਾਣੀ ਨੂੰ, ਗੁਰੂ ਕੀਰਤਨ ਨੂੰ, ਗੁਰੂ ਕੀ ਕਥਾ ਨੂੰ ਸੁਣਨਾ ਪਵੇਗਾ। ਮਹਾਰਾਜ ਨੂੰ ਕਿਹਾ ਜੀ ਸੁਣ ਕੇ ਬਣ ਜੂ ਗੱਲ। ਮਹਾਰਾਜ ਕਹਿੰਦੇ ਸੁਣ ਕੇ ਦੂਸਰਾ ਕੰਮ ਕਰਨਾ ਪਵੇਗਾ, ਮੰਨਣਾ ਵੀ ਪਵੇਗਾ। ਸੁਣ ਕੇ ਕੇਵਲ ਛੱਡਣਾ ਨਹੀਂ ਹੈ, ਜੋ ਗੁਰੂ ਦੀ ਬਾਣੀ ਵਿੱਚ ਸੁਣਿਆ ਉਹਨੂੰ ਕਮਾਉਣਾ ਪਵੇਗਾ। ਤੇ ਸਤਿਗੁਰੂ ਕਹਿੰਦੇ ਤੀਸਰਾ ਕਮਾਉਣਾ ਇਸ ਤਰ੍ਹਾਂ ਵੀ ਬੱਧਾ ਚੱਟੀ ਨਾਲ ਨਹੀਂ ਕਮਾਉਣਾ। ਜਿਸ ਤਰ੍ਹਾਂ ਸਕੂਲ ਦੇ ਵਿੱਚ ਬੱਚਾ ਹੋਵੇ ਨਾ, ਹੋਮਵਰਕ ਦਿੱਤਾ ਹੋਵੇ ਤੇ ਦਿਲ ਨਹੀਂ ਕਰਦਾ ਕੰਮ ਕਰਨ ਨੂੰ, ਪਰ ਇੱਕ ਝਿੜਕਾਂ ਦੇ ਡਰ ਤੋਂ ਹੀ ਕਰੀ ਜਾ ਰਿਹਾ। ਪਤਾ ਵੀ ਟੀਚਰ ਨੇ ਡੰਡੇ ਮਾਰਨੇ ਨੇ ਜਾਂ ਕੁੱਟਣਾ ਤੇ ਕਰਕੇ ਜਾਣਾ ਪਵੇਗਾ। ਉਹ ਬੱਚੇ ਜ਼ਿੰਦਗੀ ਵਿੱਚ ਬਹੁਤੇ ਕਾਮਯਾਬ ਨਹੀਂ ਫਿਰ ਹੁੰਦੇ। ਜਿਹੜੇ ਇੱਕ ਚਾਹ ਦੇ ਨਾਲ ਪੜ੍ਹਾਈ ਕਰਕੇ ਜਾਂਦੇ ਨਾ, ਉਤਸ਼ਾਹ ਦੇ ਨਾਲ, ਉਹੀ ਵੱਡੀ ਮੰਜ਼ਿਲ ਤੇ ਪਹੁੰਚਦੇ ਆ। ਬਸ ਇਸੇ ਤਰ੍ਹਾਂ ਅੰਮ੍ਰਿਤ ਛਕ ਕੇ ਵੀ ਇੱਕ ਹੁਕਮ ਹੈ, ਨਿਤਨੇਮ ਕਰਨਾ ਹੀ ਹੈ, ਗੁਰਦੁਆਰੇ ਜਾਣਾ ਹੀ ਹੈ, ਮੱਥਾ ਟੇਕਣਾ ਹੀ ਹੈ। ਉਹਨਾਂ ਦੀ ਪੜ੍ਹਾਈ ਕਦੇ ਪੂਰੀ ਨਹੀਂ ਹੁੰਦੀ ਜਿਨ੍ਹਾਂ ਦੇ ਅੰਦਰ ਭਾਵਨਾ ਹੋਵੇ। ਸੁਣਿਆ, ਮੰਨਿਆ, ਗੁਰੂ ਨੇ ਸੁਣਾ ਦਿੱਤਾ, ਤੂੰ ਮੰਨ ਲਿਆ, ਪਰ ਬਿਨਾਂ ਭਾਵਨਾ ਤੋਂ ਨਾ ਮੰਨੀ। ਜੇ ਮੰਨਣਾ ਤੇ ਭਾਵਨਾ ਨਾਲ ਮੰਨੀ, ਜੇ ਭਾਵਨਾ ਨਹੀਂ ਤੇ ਮੰਨਣਾ ਵੀ ਪ੍ਰਵਾਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਰਹਿ ਕਰਕੇ ਸੇਵਾਵਾਂ ਕੀਤੀਆਂ। ਅਖੀਰ ਚੋਜੀ ਪਿਆਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਪਤਾ ਹੈ ਕਿਹਦੀ ਮੰਜ਼ਿਲ ਕਿੱਥੇ ਹੈ, ਕਿਸ ਤੋਂ ਕੀ ਸੇਵਾ ਗੁਰੂ ਨਾਨਕ ਦੇ ਘਰ ਨੇ ਲੈਣੀ ਹੈ। ਬਾਬਾ ਦੀਪ ਸਿੰਘ ਜੀ ਇਹ ਇੱਕ ਵਾਰ ਆਪਣੇ ਘਰਾਂ ਵਿੱਚ ਆ ਗਏ। ਉਸ ਤੋਂ ਬਾਅਦ ਦਮਦਮਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੁੰਦਾ। ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਰਹਿਮਤਾਂ ਦੀਆਂ ਨਿਗਾਹ ਦੇ ਨਾਲ ਜਦੋਂ ਤੱਕਦੇ ਆ, ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸਰੂਪ ਦੁਬਾਰਾ ਤਿਆਰ ਕਰਦੇ ਆ। ਧੰਨ ਬਾਬਾ ਦੀਪ ਸਿੰਘ, ਧੰਨ ਭਾਈ ਮਨੀ ਸਿੰਘ ਸੇਵਾਵਾਂ ਨਿਭਾਉਂਦੇ ਆ। ਪਰ ਖਾਲਸਾ ਜੀ ਸ਼ਹੀਦਾਂ ਦਾ ਤੇ ਆਪਾਂ ਸਭ ਨੂੰ ਹੀ ਪਤਾ ਹੈ ਕਿ ਸ਼ਹੀਦ ਹੋਏ ਜੀ ਕੌਮ ਦੇ। ਕਈ ਅੱਜ ਦੇ ਟਾਈਮ ਦੇ ਵਿੱਚ ਸ਼ਹੀਦਾਂ ਨੂੰ ਇਸ ਤਰ੍ਹਾਂ ਲਈ ਜਾਂਦੇ ਆ ਵੀ ਭੂਤ ਪ੍ਰੇਤ ਹੀ ਹੁੰਦੇ ਆ। ਕਈ ਆਪਣੇ ਆਲੇ ਦੁਆਲੇ ਗੱਦੀਆਂ ਲਾ ਕਰਕੇ ਇਹ ਵੀ ਕਹਿੰਦੇ ਅੱਜ ਮਿਰਚ ਬਾਬਾ ਦੀਪ ਸਿੰਘ ਆ ਰਿਹਾ ਹੈ, ਬੁੱਧਵਾਰ ਨੂੰ ਕਿਸੇ ਦੇ ਹੈ, ਐਤਵਾਰ ਨੂੰ ਕਿਸੇ ਦੇ ਹੈ, ਵੀਰਵਾਰ ਨੂੰ ਕਿਸੇ ਦੇ ਹੈ। ਮੈਂ ਤਾਂ ਇੱਕੋ ਹੀ ਗੱਲ ਕਹਿਣਾ, ਜਿਹੜਾ ਕਵੇ ਬਾਬਾ ਦੀਪ ਸਿੰਘ ਮੇਰੇ ਵਿੱਚ ਹੈ, ਉਹਦੀ ਧੌਣ ਲਾ ਕੇ ਉਹਨੂੰ ਕਹੋ ਵੀ ਸਿਰ ਤਲੀ ਤੇ ਧਰ ਕੇ ਵਿਖਾ। ਬਾਬਾ ਦੀਪ ਸਿੰਘ ਨੂੰ ਵਿੱਚ ਲਿਆਉਣਾ ਇੰਨਾ ਸਖੈਲਾ ਨਹੀਂ ਹੈ, ਸੀਸ ਤਲੀ ਤੇ ਟਿਕਾਉਣਾ ਪੈਂਦਾ ਹੈ। ਗੱਲੀ ਬਾਤੀ ਬਾਬਾ ਦੀਪ ਸਿੰਘ ਅੰਦਰ ਨਹੀਂ ਆਇਆ ਕਰਦਾ। ਸੋ ਪਹਿਲੀ ਗੱਲ ਤਾਂ ਇਹ
ਕਿ ਜਿਹੜੇ ਗੁਰੂ ਕੇ ਸ਼ਹੀਦ ਨੇ, ਜਿਨ੍ਹਾਂ ਸ਼ਬਦ ਨੂੰ ਕਮਾਇਆ, ਉਹ ਕੋਈ ਭੂਤ ਪ੍ਰੇਤ ਆਤਮਾਵਾਂ ਨਹੀਂ ਵੀ ਉਹ ਅੰਦਰ ਆ ਜਾਣ। ਉਹਨਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਸ਼ਹੀਦਾਂ ਨੂੰ ਅੰਗ ਸੰਗ ਜਾਣਿਆ ਜਾ ਸਕਦਾ ਹੈ, ਉਹਨਾਂ ਦੀਆਂ ਤਰੰਗਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਪਰ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਵੀ ਉਹ ਮੇਰੇ ਵਿੱਚ ਆ ਰਿਹਾ ਹੈ, ਕਿਉਂਕਿ ਅੱਜ ਤੱਕ ਇਤਿਹਾਸ ਵਿੱਚ ਐਸਾ ਨਜ਼ਰ ਨਹੀਂ ਆਇਆ। ਪਰ ਮੈਂ ਜੋ ਬੇਨਤੀ ਕਰਨ ਜਾ ਰਿਹਾ ਸਾਂ ਕਿ ਗੁਰੂ ਕੇ ਸਿੱਖਾਂ ਦੀ, ਗੁਰੂ ਕੇ ਸ਼ਹੀਦਾਂ ਦੀ ਪੂਜਾ, ਗੁਰੂ ਕੇ ਸ਼ਹੀਦਾਂ ਦੀ ਵੀ ਵਡਿਆਈ ਇਸੇ ਕਰਕੇ ਹੈ ਕਿ ਉਹ ਗੁਰੂ ਕੇ ਸ਼ਰੀਕ ਨਹੀਂ ਸਨ ਬਣਦੇ। ਤੁਸੀਂ ਦਮਦਮਾ ਸਾਹਿਬ ਦੀ ਧਰਤੀ ਵੇਖੋ। ਦਮਦਮਾ ਸਾਹਿਬ ਦੀ ਧਰਤੀ ਤੇ ਮੈਂ ਇੱਕ ਦਿਨ ਨਮਸਕਾਰ ਕੀਤੀ, ਧੰਨ ਬਾਬਾ ਦੀਪ ਸਿੰਘ ਦੇ ਭੋਰਾ ਸਾਹਿਬ ਤੇ, ਲੇਖਣਸਰ ਸਾਹਿਬ ਦਰਸ਼ਨ ਕੀਤੇ, ਦਮਦਮਾ ਸਾਹਿਬ ਅਸਥਾਨ ਤੇ ਦਰਸ਼ਨ ਕੀਤੇ, ਮਾਤਾਵਾਂ ਦੇ ਅਸਥਾਨ ਤੇ ਦਰਸ਼ਨ ਕੀਤੇ। ਬਾਬਾ ਦੀਪ ਸਿੰਘ ਨੇ ਉੱਥੇ ਕਿੰਨੀਆਂ ਸੇਵਾਵਾਂ ਕੀਤੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਦਾ ਧੰਨ ਬਾਬਾ ਦੀਪ ਸਿੰਘ ਜੀ ਨੂੰ ਮੁੱਖ ਸੇਵਾਦਾਰ ਨਿਯੁਕਤ ਕੀਤਾ। 4 ਸਰੂਪ ਭਾਈ ਸਾਹਿਬ ਦੱਸ ਰਹੇ ਸਨ, ਲਿਖੇ 5ਵਾਂ ਅਰਬੀ ਭਾਸ਼ਾ ਦੇ ਵਿੱਚ ਲਿਖਿਆ, ਪਰ ਇੱਕ ਬੜੀ ਵਧੀਆ ਉੱਥੇ ਸਿੱਖਿਆ ਬਾਬਾ ਦੀਪ ਸਿੰਘ ਦੀ ਮਿਲਦੀ ਹੈ ਵੀ ਦਮਦਮਾ ਸਾਹਿਬ ਜਾਈਏ, ਕਿਸੇ ਵੀ ਕੋਨੇ ਦੇ ਉੱਤੇ ਇਹ ਨਹੀਂ ਲਿਖਿਆ ਮਿਲੇਗਾ ਵੀ ਇੱਥੇ ਮੁੱਖ ਪ੍ਰਬੰਧਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਰਹੇ ਆ, ਜਾਂ ਕਿਸੇ ਵੀ ਕੰਧ ਤੇ ਬਾਬਾ ਦੀਪ ਸਿੰਘ ਦਾ ਨਾਮ ਲਿਖਿਆ ਨਹੀਂ ਮਿਲਦਾ, ਬਲਕਿ ਧੰਨ ਬਾਬਾ ਦੀਪ ਸਿੰਘ ਨੇ ਲੰਮੀਆਂ ਸੇਵਾਵਾਂ ਦਮਦਮਾ ਸਾਹਿਬ ਦੀ ਧਰਤੀ ਤੇ ਰਹਿ ਕੇ ਨਿਭਾਈਆਂ। ਤੇ ਜਦੋਂ ਨਾਮ ਲਿਖਣ ਦੀ ਗੱਲ ਆਈ ਤੇ 4 ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ। ਤੇ ਵੇਖੋ ਅੱਜ ਸੰਸਥਾਵਾਂ, ਕਮੇਟੀਆਂ ਗੁਟਕੇ ਛਾਪਦੀਆਂ ਨਿਤਨੇਮ ਦੇ ਗੁਟਕੇ ਛਾਪਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਦੇ ਆ। ਤੁਸੀਂ ਗੁਟਕਾ ਲੈ ਲਓ, ਹਰ ਇੱਕ ਸੰਸਥਾ ਦੇ ਮੁਖੀ ਨੇ ਆਪਣਾ ਨਾਮ ਲਿਖਿਆ ਹੋਵੇਗਾ, ਕਮੇਟੀਆਂ ਨੇ ਆਪਣਾ ਨਾਮ ਲਿਖਿਆ ਹੋਵੇਗਾ। ਸੋ ਉਹਨਾਂ ਦੀ ਰੀਸ ਵਿੱਚ ਛਾਪਣੇ ਤਾਂ ਬੜੇ ਸਖੈਲੇ ਆ, ਪਰ ਬਾਬਾ ਦੀਪ ਸਿੰਘ ਜੀ ਨੇ 4 ਸਰੂਪ ਲਿਖੇ, 5ਵਾਂ ਅਰਬੀ ਵਿੱਚ ਲਿਖਿਆ। ਨਿਤਨੇਮ ਦੀ ਪੋਥੀ ਦਮਦਮਾ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਨੂੰ ਮਿਲਦੀ ਹੈ। ਬਾਣੀ ਦੀ ਕਿਸੇ ਵੀ ਪੋਥੀ ਤੇ, ਬਾਣੀ ਦੇ ਕਿਸੇ ਵੀ ਸਰੂਪ ਤੇ ਬਾਬਾ ਦੀਪ ਸਿੰਘ ਨੇ ਆਪਣਾ ਨਾਮ ਨਹੀਂ ਲਿਖਿਆ ਕਿ ਲਖਾਰੀ ਬਾਬਾ ਦੀਪ ਸਿੰਘ ਹੈ। ਪੁੱਛਿਆ ਸੀ ਬਾਬਾ ਦੀਪ ਸਿੰਘ ਨੂੰ ਵੀ ਆਪਣਾ ਨਾਮ ਲਖਾਰੀ ਵਜੋਂ ਕਿਉਂ ਨਹੀਂ ਲਿਖਦੇ? ਉਹ ਕਹਿੰਦੇ ਮੈਂ ਲਖਾਰੀ ਨਹੀਂ, ਲਖਾਰੀ ਤਾਂ ਗੁਰੂ ਨਾਨਕ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮੈਂ ਗੁਰੂ ਨਾਨਕ ਦੀ ਬਾਣੀ ਤੇ ਆਪਣਾ ਨਾਮ ਲਿਖ ਕੇ ਦਾਅਵਾ ਨਹੀਂ ਕਰ ਸਕਦਾ। ਮੈਂ ਕੇਵਲ ਮਿੱਟੀ ਦਾ ਪੁਤਲਾ, ਮੇਰਾ ਕੰਮ ਕੇਵਲ ਗੁਰੂ ਨਾਨਕ ਦੇ ਸ਼ਬਦਾਂ ਨੂੰ ਅਗਾਂਹ ਪਹੁੰਚਾਉਣਾ ਹੈ। ਬਾਣੀ ਗੁਰੂ ਨਾਨਕ ਦੀ ਹੈ, ਗੁਰੂ ਨਾਨਕ ਦੀ ਸੀ ਤੇ ਜੁਗਾਂ ਜੁਗਾਂ ਤੱਕ ਗੁਰੂ ਨਾਨਕ ਦੀ ਹੀ ਰਹੇਗੀ, ਕਿਸੇ ਬੰਦੇ ਦੀ ਨਹੀਂ ਹੋ ਸਕਦੀ। ਇਹ ਮਹਾਨ ਸਿੱਖਿਆ ਵੀ ਗੁਰੂ ਕੀ ਬਾਣੀ ਦੇ ਤੇ ਗੁਰੂ ਕੇ ਸ਼ਰੀਕ ਨਹੀਂ ਬਣੇ। ਇੱਕ ਬਣਿਆ ਸ਼ਰੀਕ ਆ ਜਲੰਧਰ ਕੋਲ ਕਰਤਾਰਪੁਰ ਸਾਹਿਬ ਹੈ, ਉੱਥੇ ਕਹਿੰਦੇ ਜਿਹੜਾ ਥੰਮ ਸਾਹਿਬ ਹੈ, ਉੱਥੇ ਜਿਹੜਾ ਸੇਵਕ ਸੀ ਉਹਦਾ ਨਾਮ ਸੀ ਵਡਭਾਗ ਸਿੰਘ। ਉਹ ਉੱਥੇ ਸੇਵਾਵਾਂ ਨਿਭਾਉਂਦਾ ਸੀ। ਜਲੰਧਰ ਦਾ ਜਿਹੜਾ ਨਵਾਬ ਹੁੰਦਾ ਸੀ ਅਦੀਨਾ ਬੇਗ, ਅਦੀਨਾ ਬੇਗ ਨੇ ਆਪਣੀ ਫੌਜ ਦੇ ਨਾਲ ਕਰਤਾਰਪੁਰ ਦਾ ਥੰਮ ਸਾੜ ਦਿੱਤਾ ਤੇ ਵਡਭਾਗ ਸਿੰਘ ਨੂੰ ਉੱਥੋਂ ਭਜਾ ਦਿੱਤਾ। ਵਡਭਾਗ ਸਿੰਘ ਉਹੀ ਹੈ ਜਿਹਦੀਆਂ ਅੱਜ ਕੱਲ੍ਹ ਚੌਂਕੀਆਂ ਥਾਂ ਥਾਂ 'ਤੇ ਦਿੱਤੀਆਂ ਜਾਂਦੀਆਂ, ਜਿਹਦੇ ਬਾਰੇ ਪ੍ਰਚਲਿਤ ਕੀਤਾ ਜਾਂਦਾ ਹੈ ਵੀ ਜੇ ਆਨੰਦਪੁਰ ਗਏ ਉਹਦੇ ਥਾਂ 'ਤੇ ਮੱਥਾ ਨਾ ਟੇਕਿਆ ਭਾਈ ਯਾਤਰਾ ਸਫਲੀ ਨਹੀਂ। ਸੋ ਨਾ ਸਿੱਖਾਂ ਨੇ ਪੁੱਛਣਾ ਵੀ ਕਿੱਥੇ ਲਿਖਿਆ, ਤੇ ਨਾ ਸਿੱਖਾਂ ਨੇ ਪੁੱਛਣਾ ਵੀ ਕਿਹੜੇ ਗੁਰੂ ਨੇ ਕਿਹਾ। ਬਸ ਜੀ ਕਿਸੇ ਨੇ ਆ ਕੇ ਕਹਿ ਦਿੱਤਾ ਤੇ ਸਿੱਖ ਤੁਰ ਪਏ ਕਤਾਰਾਂ ਬੰਨ੍ਹ ਕੇ। ਕਹਿੰਦੇ ਜਲੰਧਰ ਦੀ ਧਰਤੀ 'ਤੇ ਗੱਦੀ ਲਾ ਕਰਕੇ, ਧਾਗੇ ਕਰ ਕਰਕੇ ਦੇਣੇ ਇਹਦਾ ਸੁਭਾਅ ਸੀ, ਫੂਕਾਂ ਮਾਰਨੀਆਂ ਇਹਦਾ ਸੁਭਾਅ ਸੀ। ਕਹਿੰਦੇ ਜਦੋਂ ਕਰਤਾਰਪੁਰ ਦਾ ਥੰਮ ਸਾੜਿਆ, ਪਤਾ ਸੀ ਹੁਣ ਕੋਈ ਅੜ ਨਹੀਂ ਸਕਦਾ। ਜਲੰਧਰ ਦੇ ਨਵਾਬ ਅੱਗੇ, ਅਬਦਾਲੀ ਅੱਗੇ, ਅਦੀਨਾ ਬੇਗ ਅੱਗੇ ਭੱਜਿਆ। ਅਕਾਲ ਤਖਤ ਸਾਹਿਬ ਪਹੁੰਚਿਆ। ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਕੋਲ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਕੋਲ ਜਾ ਕੇ ਪੁਕਾਰ ਕੀਤੀ ਮੇਰੀ ਮਦਦ ਕੀਤੀ ਜਾਵੇ, ਮੈਨੂੰ ਉੱਥੇ ਦੁਬਾਰਾ ਬਿਠਾਇਆ ਜਾਵੇ। ਉਸ ਸਮੇਂ ਧੰਨ ਬਾਬਾ ਦੀਪ ਸਿੰਘ ਜੀ ਵੀ ਉੱਥੇ ਹਾਜ਼ਰ ਸਨ, ਕਿਉਂਕਿ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਸੰਚਾਰ ਵਿੱਚ ਸੇਵਾ ਨਿਭਾਉਂਦੇ ਸਨ, ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਸੀ, ਖੰਡੇ ਦੀ ਪੋਲ ਦੇਣ ਦੀ ਸੇਵਾ ਕਰਦੇ ਸੀ।
ਜਦੋਂ ਕਿਹਾ ਵੀ ਮੇਰੀ ਮਦਦ ਕੀਤੀ ਜਾਵੇ, ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਵੀ ਤੂੰ ਮਦਦ ਕਿਸ ਹੱਕ ਤੇ ਮੰਗਣ ਲਈ ਆਇਆ? ਜੇ ਗੁਰੂ ਨਾਨਕ ਦੇ ਘਰੋਂ ਮਦਦ ਚਾਹੀਦੀ ਹੈ, ਤੂੰ ਆਪਣੇ ਆਪ ਨੂੰ ਗੁਰੂ ਕੀ ਵੰਸ਼ਜ ਕਹਿਲਾਉਣਾ, ਸੋਢੀਆਂ ਕਹਿਲਾਉਣਾ, ਫਿਰ ਤੈਨੂੰ ਗੁਰੂ ਨਾਨਕ ਦੀ ਮੱਤ ਤੇ ਚੱਲਣਾ ਪਵੇਗਾ। ਗੱਦੀਆਂ ਲਾਉਣੀਆਂ, ਫੂਕਾਂ ਮਾਰਨੀਆਂ, ਧਾਗੇ ਕਰ ਕਰ ਦੇਣੇ ਬੰਦ ਕਰਨੇ ਪੈਣਗੇ। ਇੱਕ ਵਾਰ ਮੰਨ ਗਿਆ ਕਿ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ। ਪ੍ਰੰਥ ਪ੍ਰਕਾਸ਼ ਵਿੱਚ ਲਿਖਿਆ, ਪੰਥ ਨੇ ਖਿਮਾ ਜਾਚਨਾ ਕਰ ਦਿੱਤੀ ਵੀ ਸ਼ਰਨ ਆਇਆ, ਸ਼ਰਨ ਆਏ ਨੂੰ ਖਿਮਾ ਕਰਨਾ ਪੰਥ ਦਾ ਸੁਭਾਵ ਹੈ। ਦੁਬਾਰਾ ਅੰਮ੍ਰਿਤ ਸੰਚਾਰ ਕਰਕੇ ਖੰਡੇ ਦੀ ਪੋਲ ਦਿੱਤੀ, ਇਹਨੇ ਅੰਮ੍ਰਿਤ ਛਕਿਆ। ਧੰਨ ਬਾਬਾ ਦੀਪ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ, ਬਾਬਾ ਚੜ੍ਹਤ ਸਿੰਘ ਹੋਣਾ ਨੇ ਜਲੰਧਰ ਦੇ ਨਵਾਬ ਨੂੰ ਸੋਧਿਆ ਅਤੇ ਦੁਬਾਰਾ ਫਿਰ ਥੰਮ ਸਾਹਿਬ ਇਹਨੂੰ ਬਿਠਾ ਦਿੱਤਾ। ਪਰ ਇਹ ਫਿਰ ਨਾ ਮੁੜਿਆ। ਜਿਹਨੂੰ ਰੱਬ ਦੇ ਸ਼ਰੀਕ ਬਣਨ ਦਾ ਸਵਾਦ ਪੈ ਜਾਵੇ, ਸਵਾਦ ਬਹੁਤ ਮਾੜਾ ਹੈ। ਇਹ ਫਿਰ ਰੱਬ ਜਦੋਂ ਕਲਾ ਆਪਣੇ ਨਾਮ ਦੀ ਵਰਤਾਉਂਦਾ ਹੈ ਨਾ, ਜਿਸਨੂੰ ਆਪ ਖੁਆਏ ਕਰਤਾ ਖੁਸ ਲੇਵੈ ਚੰਗਿਆਈ, ਜਦੋਂ ਫਿਰ ਰੱਬ ਚੰਗਿਆਈ ਖੋਣ ਤੇ ਆਵੇ, ਡਾਂਗ ਨਹੀਂ ਮਾਰਦਾ, ਬੰਦੇ ਦੀ ਮਾਤੀ ਮਾਰਦਾ। ਇਹਨੇ ਦੁਬਾਰਾ ਫਿਰ ਗੁਰਮਤਿ ਤੋਂ ਉਲਟ ਕਾਰ ਵਿਹਾਰ ਸ਼ੁਰੂ ਕਰ ਦਿੱਤੇ ਅਤੇ ਅਕਾਲ ਤਖਤ ਸਾਹਿਬ ਵੱਲੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਹੋਣਾ ਨੇ ਇਹ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਜਿਹੜਾ ਇਹਦੇ ਮੱਥੇ ਲੱਗੇਗਾ ਗੁਰੂ ਨਾਨਕ ਦਾ ਸਿੱਖ ਨਹੀਂ ਕਹਿਲਾ ਸਕਦਾ। ਸਾਡੇ ਵਾਲੇ ਜਾ ਕੇ ਚੌਂਕੀਆਂ ਭਰਦੇ ਫਿਰਦੇ ਆ, ਬਾਬਾ ਜੀ ਆਏ ਆ। ਮੇਰੀ ਇੱਕ ਬੇਨਤੀ ਹੈ, ਜਿਹੜਾ ਨਾਮ ਜਪ ਰਿਹਾ, ਗੁਰਮਤਿ ਦਾ ਹੋਕਾ ਦੇ ਰਿਹਾ, ਗੁਰੂ ਕੀ ਬਾਣੀ ਦਾ ਹੋਕਾ ਦੇ ਰਿਹਾ, ਉਹਦੇ ਚਰਨਾਂ ਵਿੱਚ ਪੰਜਵੇਂ ਪਾਤਸ਼ਾਹ ਕਹਿੰਦੇ ਆ, ਚਰਨ ਗਹੋਂ ਬਕੋ ਸੁਭ ਰਸਨਾ ਦੀਜੇ ਪ੍ਰਾਨ ਅਕੋਰ। ਜਿਹੜਾ ਸ਼ਬਦ ਦਾ ਹੋਕਾ ਦਿੰਦਾ, ਬਾਣੀ ਨਾਲ ਜੋੜਦਾ, ਉਹਦੇ ਚਰਨਾਂ ਵਿੱਚ ਸਿਰ ਧਰ ਦੇ, ਉਹਦੇ ਵਾਸਤੇ ਚੰਗੇ ਬੋਲ ਬੋਲ ਲੈ, ਉਹਦੇ ਅੱਗੇ ਆਪਣੀ ਜ਼ਿੰਦਗੀ ਕੁਰਬਾਨ ਕਰ ਦੇ। ਉਹ ਵੀ ਥੋੜ੍ਹੀ ਹੈ, ਪਰ ਜਿਹੜਾ ਰੱਬ ਦਾ ਸ਼ਰੀਕ ਬਣ ਰਿਹਾ, ਚੇਤੇ ਰੱਖੀ, ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ। ਇਹ ਪਖੰਡ ਹੈ, ਤੈਨੂੰ ਲੁੱਟ ਲਏਗਾ। ਪਰ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਸਾਂ ਕਿ ਐਸੇ ਮਹਾਨ ਸ਼ਹੀਦ ਜਿਨ੍ਹਾਂ ਨੂੰ ਆਪਾਂ ਨਮਸਕਾਰਾਂ ਕਰਦੇ ਹਾਂ, ਉਹਨਾਂ ਨੂੰ ਨਮਸਕਾਰ ਤਾਈਓ ਹੈ ਕਿ ਉਹ ਗੁਰੂ ਕੇ ਸ਼ਰੀਕ ਨਹੀਂ ਬਣੇ, ਉਹ ਗੁਰੂ ਕੀ ਬਾਣੀ ਦੇ ਉੱਤੇ ਸ਼ਰੀਕ ਨਹੀਂ ਉਹਨਾਂ ਨੇ ਬਣ ਕੇ ਵਿਖਾਇਆ, ਬਲਕਿ ਰਹਿੰਦੀ ਉਮਰ ਤਾਈਂ ਬਾਬਾ ਦੀਪ ਸਿੰਘ ਜੀ ਨੇ ਬਾਣੀ ਦਾ ਪ੍ਰਚਾਰ ਕੀਤਾ। ਅਤੇ ਦੂਸਰਾ ਵੇਖੋ, ਆਪਾਂ ਸੁਭਾਵਕ ਹੀ ਵੇਖਦੇ ਹਾਂ ਸੰਸਾਰ ਵਿੱਚ, ਜਦੋਂ ਤਾਂ ਕੋਈ ਜਵਾਨੀ ਅਵਸਥਾ ਵਿੱਚ ਹੁੰਦਾ, ਉਦੋਂ ਤਾਂ ਜੰਗ ਯੁੱਧ ਕਰਦਾ, ਤੇਗਾਂ ਵਾਹੁੰਦਾ, ਖੰਡੇ ਚਲਾਉਂਦਾ, ਅਤੇ ਜਦੋਂ ਕੋਈ ਬਜ਼ੁਰਗ ਹੋ ਜਾਂਦਾ ਫਿਰ ਬੈਠ ਕਰਕੇ ਕਲਮ ਚਲਾਉਂਦਾ, ਭਾਵ ਸਾਹਿਤ ਲਿਖਦਾ, ਕੋਈ ਨਾ ਕੋਈ ਸਾਹਿਤ ਲਿਖ ਕੇ ਸਮਾਜ ਨੂੰ ਸੇਧ ਦਿੰਦਾ। ਪਰ ਧੰਨ ਬਾਬਾ ਦੀਪ ਸਿੰਘ ਦੇ ਨਾਮ ਦੇ ਨਾਲ ਅਨੋਖਾ ਅਮਰ ਸ਼ਹੀਦ, ਅਨੋਖਾ ਲਫ਼ਜ਼ ਤਾਂ ਵਰਤਿਆ ਜਾਂਦਾ ਵੀ ਜਿਸ ਉਮਰ ਦੇ ਵਿੱਚ ਤਾਂ ਸੰਸਾਰ ਦੇ ਲੋਕ ਖੰਡੇ ਵਾਹੁੰਦੇ ਆ, ਉਸ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਕਲਮ ਪਕੜ ਕਰਕੇ ਗੁਰੂ ਕੀ ਬਾਣੀ ਦੀ ਸਰੂਪ ਲਿਖਦੇ ਆ। ਅਤੇ ਜਿਸ ਉਮਰ ਦੇ ਵਿੱਚ ਸੰਸਾਰ ਦੇ ਲੋਕ ਕਲਮ ਪਕੜ ਕਰਕੇ ਘਰਾਂ ਵਿੱਚ ਭੋਰਿਆਂ ਵਿੱਚ ਬੈਠ ਜਾਂਦੇ ਆ, ਉਸ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਹੱਥ ਵਿੱਚ ਖੰਡਾ ਪਕੜ ਕਰਕੇ ਰਣ ਤੱਤੇ ਵਿੱਚ ਜਾ ਕਰਕੇ ਖੰਡਾ ਵਾਹੁੰਦੇ ਆ। ਇਹ ਹੈ ਅਨੋਖਾ ਅਮਰ ਸ਼ਹੀਦ, ਭਾਵ ਸੰਸਾਰ ਤੋਂ ਉਲਟੀ ਗੰਗ ਵਹਾਇਓਣ, ਉਲਟੀ ਗੰਗਾ ਚਲਾ ਕਰਕੇ ਵਿਖਾਈ ਹੈ ਬਾਬਾ ਦੀਪ ਸਿੰਘ ਜੀ ਨੇ। ਪਰ ਇੱਕ ਹੋਰ ਨੁਕਤਾ ਕਿ ਵੇਖੋ, ਆਪਾਂ ਅਕਸਰ ਕਹਿੰਦੇ ਹਾਂ ਲਕੀਰ ਦਾ ਫਕੀਰ, ਸੱਚਮੁੱਚ ਧੰਨ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਲਕੀਰ ਖਿੱਚੀ ਹੈ ਨਾ, ਜਦੋਂ ਕੋਈ ਕਮਾਈ ਵਾਲਾ ਲਕੀਰ ਖਿੱਚਦਾ, ਉਸ ਕਮਾਈ ਵਾਲੇ ਦੀ ਖਿੱਚੀ ਹੋਈ ਲਕੀਰ ਦੇ ਲੱਖਾਂ ਫਕੀਰ ਬਣਦੇ ਆ। ਇਹ ਜਿਹੜਾ ਲਕੀਰ ਦੇ ਫਕੀਰ ਸ਼ਬਦ ਹੈ, ਇਹਦੇ ਉੱਤੇ ਇੱਕ ਡਾਕਟਰ ਹਰਪਾਲ ਸਿੰਘ ਪੰਨੂ ਨੇ ਪੰਜਾਬੀ ਯੂਨੀਵਰਸਿਟੀ ਦੇ, ਉਹਨਾਂ ਨੇ ਤਾਂ ਬਹੁਤ ਵੱਡਾ ਲੇਖ ਲਿਖਿਆ। ਕਹਿੰਦੇ ਇਹ ਲਕੀਰ ਦਾ ਫਕੀਰ ਵੇਖੋ, ਭਾਰਤ ਵਿੱਚ ਓਅੰਕਾਰ ਹੀ ਮੰਨਿਆ ਜਾਂਦਾ ਸੀ ਕਿ ਜਨਮ ਦੇਣ ਵਾਲਾ ਕੋਈ ਹੋਰ ਹੈ, ਪਾਲਣ ਕਰਨ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਦੀ ਚੋਟ ਦੇ ਨਾਲ ਇੱਕ ਲਕੀਰ ਖਿੱਚੀ, ਓਅੰਕਾਰ ਦੇ ਅੱਗੇ ਇੱਕ ਲਾ ਦਿੱਤਾ। ਹੁਣ ਭਾਵੇਂ ਕੋਈ ਜਿੱਡਾ ਮਰਜ਼ੀ ਤਪਸਵੀ ਆ ਜਾਵੇ, ਜਦੋਂ ਤੱਕ ਓਅੰਕਾਰ ਦੇ ਸਾਹਮਣੇ ਇੱਕ ਨਹੀਂ ਲਾਂਦਾ, ਉਹਦੀ ਭਗਤੀ ਪ੍ਰਵਾਨ ਨਹੀਂ ਹੋ ਸਕਦੀ। ਇਹ ਗੁਰੂ ਨਾਨਕ ਦੀ ਖਿੱਚੀ ਲਕੀਰ ਹੈ। ਉਸ ਤੋਂ ਬਾਅਦ ਅੱਜ ਤੱਕ ਸੰਸਾਰ ਦੀ ਮਨੋਤ ਸੀ
ਗੁਰੂ ਉੱਚਾ ਬੈਠਦਾ ਹੈ, ਚੇਲੇ ਨੀਵੇਂ ਬੈਠਦੇ ਆ। ਧੰਨ ਗੁਰੂ ਗੋਬਿੰਦ ਸਿੰਘ ਨੇ ਖੰਡੇ ਨਾਲ ਲਕੀਰ ਖਿੱਚੀ, ਚੇਲਿਆਂ ਨੂੰ ਉੱਚਾ ਬਿਠਾ ਕੇ ਚਮਕੌਰ ਦੀ ਗੜੀ ਵਿੱਚ ਚੇਲਿਆਂ ਦੇ ਚਰਨ ਚੁੰਮੇ। ਬਾਜਾਂ ਵਾਲੇ ਦੀ ਖਿੱਚੀ ਹੋਈ ਲਕੀਰ ਦੇ ਸਾਹਮਣੇ ਅੱਜ ਸਾਰਾ ਸੰਸਾਰ ਝੁਕ ਰਿਹਾ। ਭਾਵੇਂ ਕੋਈ ਸਿੱਖ ਧਰਮ ਵਿੱਚ ਹੈ, ਭਾਵੇਂ ਕੋਈ ਗੈਰ ਮਜ਼ਹਬ ਵਿੱਚ ਹੈ, ਪਰ ਇੱਕ ਗੱਲ ਅੱਜ ਮੰਨਣਯੋਗ ਹੈ, ਹਰ ਇੱਕ ਬੰਦਾ ਆਪਣੇ ਘਰ ਵਿੱਚ ਆਏ ਹੋਏ ਪੈਰੋਕਾਰਾਂ ਦੇ ਸਾਹਮਣੇ ਝੁਕਦਾ ਹੈ। ਇਹੀ ਕਹਿੰਦਾ ਹੈ ਕਿ ਤੁਹਾਡੇ ਕਰਕੇ ਮੈਂ ਹਾਂ, ਨਹੀਂ ਤੇ ਕੋਈ ਨਹੀਂ ਹੈ। ਸੋ ਇਸ ਕਰਕੇ ਇਹ ਲਕੀਰਾਂ ਖਿੱਚੀਆਂ ਕਮਾਈ ਵਾਲਿਆਂ ਨੇ। ਹੁਣ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਬਾਰੇ ਦੱਸਿਆ ਭਾਈ ਸਾਹਿਬ ਨੇ, ਕਿਉਂਕਿ ਉਸ ਸਮੇਂ ਹਾਲਾਤ ਬਹੁਤ ਉਹ ਨੇ। ਜੇ ਵੇਖਿਆ ਜਾਵੇ ਨਾ, ਬਾਬਾ ਦੀਪ ਸਿੰਘ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਲਿਖ ਰਹੇ ਆ, ਉਹਦਾ ਕਾਰਨ ਬੜਾ ਵੱਡਾ ਹੈ। ਜਦੋਂ ਅਬਦਾਲੀ ਆਇਆ, ਉਹਨੇ ਸਭ ਤੋਂ ਪਹਿਲਾਂ ਐਲਾਨ ਕੀਤਾ, ਗੁਰੂ ਨਾਨਕ ਕੀ ਕਹੂ ਪੜ੍ਹੈ ਨਾ ਬਾਣੀ, ਗ੍ਰੰਥ ਪੋਥੀਆਂ ਲੁਕੋਏ ਛਪਾਨੀ। ਕਹਿੰਦੇ ਅਬਦਾਲੀ ਨੇ ਇਹ ਐਲਾਨ ਕੀਤਾ ਵੀ ਕੋਈ ਵੀ ਗੁਰੂ ਨਾਨਕ ਦੀ ਬਾਣੀ ਨਾ ਪੜ੍ਹੇ, ਬਾਣੀ ਤੋਂ ਤੋੜੋ। ਪੁੱਛਿਆ ਤੋੜੀਏ ਕਿਵੇਂ? ਕਹਿੰਦਾ ਇਹਨਾਂ ਦੀਆਂ ਪੋਥੀਆਂ ਲੁਕਾਓ, ਇਹਨਾਂ ਦੇ ਗ੍ਰੰਥ ਲੁਕਾਓ, ਇਹਨਾਂ ਤੋਂ ਗ੍ਰੰਥਾਂ ਨੂੰ ਦੂਰ ਕਰ ਦਿਓ। ਇਹ ਜਿੰਨਾ ਗ੍ਰੰਥਾਂ ਦੇ ਨੇੜੇ ਜਾਣਗੇ ਉਹਨਾਂ ਇਹ ਸਾਡੇ ਅੱਖਾਂ ਵਿੱਚ ਅੱਖਾਂ ਪਾ ਕਰਕੇ ਜ਼ੁਲਮ ਰਾਜ ਦੇ ਖਿਲਾਫ ਆਵਾਜ਼ ਚੱਕਣਗੇ। ਇਹ ਜਦੋਂ ਗ੍ਰੰਥਾਂ ਤੋਂ ਦੂਰ ਹੋ ਜਾਣਗੇ, ਇਹ ਭੇਡਾਂ ਬੱਕਰੀਆਂ ਬਣ ਜਾਣਗੇ। ਮੈਨੂੰ ਇੱਕ ਬਚਨ ਮਹਾਂਪੁਰਸ਼ ਸਜੇ ਨੇ, ਬਾਬਾ ਜੀ ਰਜਿੰਦਰ ਸਿੰਘ ਜੀ ਸਰਾਣਾ ਸਾਹਿਬ ਵਾਲੇ, ਉਹ ਬਹੁਤ ਪਿਆਰਾ ਮੈਨੂੰ ਬਚਨ ਲੱਗਦਾ ਵੀ ਜਦੋਂ ਵੱਡੇ ਮਹਾਂਪੁਰਸ਼ਾਂ ਨੂੰ, ਸੰਤ ਜੀ ਨੂੰ ਮਿਲਣ ਲਈ ਕੋਈ ਜਾਂਦਾ ਤੇ ਉਹ ਪਹਿਲਾਂ ਹੀ ਕਹਿੰਦੇ ਸੀ ਬਾਪੂ ਨੂੰ ਮਿਲ ਕੇ ਆਇਆ ਕਿ ਨਹੀਂ, ਜਾ ਪਹਿਲਾਂ ਬਾਪੂ ਨੂੰ ਮਿਲ ਕੇ ਆ। ਉਹ ਇੱਕ ਨੁਕਤਾ ਸੀ ਬੜਾ ਵੱਡਾ, ਕਿਉਂਕਿ ਜਿਹੜਾ ਸਾਧੂ ਹੈ ਇਹਨੂੰ ਪਤਾ ਹੈ ਮੈਂ ਸਦਾ ਨਹੀਂ ਰਹਿਣਾ। ਜੇ ਮੈਂ ਕੇਵਲ ਆਪਣੇ ਆਪ ਤੱਕ ਮਿਲਾਪ ਕਰਾਇਆ, ਇਹ ਸਦਾ ਮੇਰੇ ਨਾਲ ਹੀ ਜੁੜ ਕੇ ਰਹਿ ਜਾਣਗੇ। ਪਰ ਇੱਕ ਬੰਦਗੀ ਵਾਲੇ ਸਾਧੂ ਨੂੰ ਪਤਾ ਹੈ, ਜੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਕੋਲ ਭੇਜਾਂਗਾ, ਗੁਰੂ ਗ੍ਰੰਥ ਨਾਲ ਜੁੜਨਗੇ, ਮੈਂ ਭਾਵੇਂ ਰਵਾਂ ਨਾ ਰਵਾਂ, ਪਰ ਜਿਹੜੇ ਇੱਥੇ ਆਉਣਗੇ ਗੁਰੂ ਗ੍ਰੰਥ ਤੋਂ ਕਦੇ ਨਹੀਂ ਟੁੱਟਣਗੇ। ਸੋ ਇਹ ਇੱਕ ਨੁਕਤਾ ਹੁੰਦਾ ਹੈ, ਇਹ ਇੱਕ ਫਕੀਰ ਦੀ ਖਿੱਚੀ ਹੋਈ ਲਕੀਰ ਹੁੰਦੀ ਹੈ, ਇੱਕ ਕਮਾਈ ਵਾਲੇ ਦੀ ਖਿੱਚੀ ਹੋਈ ਲਕੀਰ ਹੁੰਦੀ ਹੈ। ਉਸ ਸਮੇਂ ਗ੍ਰੰਥਾਂ ਨੂੰ, ਪੋਥੀਆਂ ਨੂੰ ਲੁਕਾਉਣ ਦੇ ਐਲਾਨ ਕੀਤੇ ਹੋਏ ਸਨ। ਇੱਥੋਂ ਤੱਕ ਕਹਿੰਦੇ ਨੇ ਭਾਰਤ ਦੀ ਧਰਤੀ ਤੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਸੀ ਵੀ ਕੋਈ ਗੁੜ ਵੀ ਨਾ ਕਵੇ। ਅਬਦਾਲੀ ਨੂੰ ਪੁੱਛਿਆ ਵੀ ਗੁੜ ਕਹਿਣ ਤੇ ਪਾਬੰਦੀ ਕਿਉਂ? ਕਹਿੰਦਾ ਇਹ ਗੁੜ ਕਹਿਣਗੇ ਕਿਤੇ ਹੋਵੇ ਨਾ ਇਹਨਾਂ ਦੇ ਮੂੰਹ ਵਿੱਚੋਂ ਗੁਰੂ ਨਿਕਲ ਜਾਵੇ। ਕਹਿੰਦਾ ਇਹ ਗੁਰੂ ਵੀ ਨਾ ਕਹਿਣ, ਇਸ ਕਰਕੇ ਅੱਜ ਤੋਂ ਬਾਅਦ ਜਿਹੜਾ ਭਾਰਤ ਦੀ ਧਰਤੀ ਤੇ ਗੁੜ ਕਵੇਗਾ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਪੀ ਦਿਆਂਗਾ। ਵੇਖੋ ਕੈਸੇ ਕੈਸੇ ਤਸ਼ੱਦਦ, ਕੈਸੇ ਕੈਸੇ ਐਲਾਨ ਕਰਨੇ ਪੈਂਦੇ ਸਨ ਗੁਰੂ ਨਾਨਕ ਦੇ ਸਿੱਖਾਂ ਨੂੰ ਬਾਣੀ ਤੋਂ ਤੋੜਨ ਵਾਸਤੇ। ਅੱਜ ਸਿੱਧਾ ਇੱਕ ਵੀਡੀਓ ਪਾਵੇ ਕੋਈ, ਬਹਿ ਕਰਕੇ ਵਾਲ ਖਿਲਾਰ ਕੇ, ਪਾਸਪੋਰਟਾਂ 'ਤੇ ਲੀਕਾਂ ਮਾਰ ਕੇ, ਧਾਗੇ ਦੇ ਕਰਕੇ, ਤੇ ਇੱਥੇ ਨਾ ਕੋਈ ਐਲਾਨ ਕਰਨ ਦੀ ਲੋੜ ਹੈ, ਨਾ ਪੋਥੀਆਂ ਲੁਕਾਉਣ ਦੀ ਲੋੜ ਹੈ। ਸਾਡੇ ਵਾਲੇ ਕਤਾਰਾਂ ਭੱਜ ਕੇ ਪਹਿਲਾਂ ਹੀ ਤੁਰ ਪੈਂਦੇ ਆ ਵੀ ਉੱਥੋਂ ਪੂੜੀਆਂ ਮਿਲਦੀਆਂ, ਜਾ ਕੇ ਪੂੜੀਆਂ ਹੀ ਖਾਣੀਆਂ ਨੇ, ਫੱਕੇ ਮਾਰ ਕੇ ਆ ਜਾਾਂਗੇ, ਜਪਜੀ ਪੜ੍ਹਨ ਦੀ ਕੀ ਲੋੜ ਹੈ। ਪਰ ਚੇਤੇ ਰੱਖਿਓ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਬਾਣੀ ਤੋਂ ਤੋੜਨ ਵਾਸਤੇ ਇਹ ਕਿਹਾ ਜਾਂਦਾ ਸੀ, ਜੇ ਕੋ ਲੇਵੈ ਗੁਰ ਕਾ ਨਾਮ ਤਿਸਕਾ ਗ੍ਰਾਮ ਮੈਂ ਕਰੂੰਗਾ, ਤਿਸਕਾ ਗ੍ਰਾਮ ਕਰੂੰਗਾ ਨਾਸ। ਅਬਦਾਲੀ ਨੇ ਕਿਹਾ ਜੇ ਕੋਈ ਗੁਰੂ ਦਾ ਨਾਮ ਵੀ ਲਵੇਗਾ, ਮੈਂ ਉਹਨੂੰ ਹੀ ਨਹੀਂ, ਉਹਦੇ ਸਾਰੇ ਦੇ ਸਾਰੇ ਪਿੰਡ ਨੂੰ ਉਜਾੜ ਦਿਆਂਗਾ। ਜਦੋਂ ਸਾਰੇ ਦੇ ਸਾਰੇ ਪਿੰਡ ਨੂੰ ਉਜਾੜਨ ਦੀਆਂ ਗੱਲਾਂ ਹੁੰਦੀਆਂ ਸੀ, ਉਸ ਸਮੇਂ ਬਾਬਾ ਦੀਪ ਸਿੰਘ ਨੇ ਹੱਥ ਵਿੱਚ ਕਲਮ ਪਕੜ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖੇ, ਬਾਣੀ ਦੀਆਂ ਪੋਥੀਆਂ ਲਿਖੀਆਂ, ਤਾਂ ਕਿ ਸਿੱਖ ਬਾਣੀ ਪੜ੍ਹਨ, ਬਾਣੀ ਨਾਲ ਜੁੜਨ, ਬਾਣੀ ਨੂੰ ਸਮਝਣ। ਜਦੋਂ ਬਾਣੀ ਸਿੱਖਾਂ ਦੇ ਅੰਦਰ ਜਾਏਗੀ, ਗੁਰੂ ਨਾਨਕ ਖੁਦ ਚੌਂਕੜਾ ਲਾ ਕੇ ਹਿਰਦੇ 'ਚ ਬਹਿ ਜਾਵੇਗਾ। ਅਖੀਰ ਬਾਣੀ ਦੀ ਪੋਥੀਆਂ ਦੀ ਸੇਵਾਵਾਂ, ਮੈਂ ਤਾਂ ਇੱਕ ਅਕਸਰ ਗੱਲ ਸੋਚਦਾ ਕਿ ਵੇਖੋ ਇਹ ਪੰਥ ਦੇ ਸ਼ਹੀਦ ਨੇ। ਸੱਚਮੁੱਚ ਬਾਬਾ ਦੀਪ ਸਿੰਘ ਨੇ ਜਦੋਂ ਕਲਮ ਚਲਾਈ ਹੋਵੇਗੀ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਹੋਵੇਗੀ, ਜਦੋਂ ਬਾਬਾ ਦੀਪ ਸਿੰਘ ਜੀ ਨੇ ਕਲਮ ਚਲਾਈ ਤੇ ਇਸ ਤਰ੍ਹਾਂ ਲੱਗਦਾ ਵੀ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਨੇ ਉਸ ਚਲਾਈ ਹੋਈ ਕਲਮ ਦੇ ਉੱਤੇ ਦਰਗਾਹੀ ਪ੍ਰਸੰਨਤਾ ਦੇ ਬੂਹੇ ਖੋਲ੍ਹ ਕਰਕੇ ਕਲਗੀਆਂ ਵਾਲੇ ਨੇ ਆਪਣੀ ਦਰਗਾਹ ਦੀ ਕਲਮ ਵੀ ਬਾਬਾ ਦੀਪ ਸਿੰਘ ਦੇ ਹੱਥਾਂ ਵਿੱਚ ਦੇ ਦਿੱਤੀ ਸੀ ਕਿ ਦੀਪ ਸਿਆਂ
ਅੱਜ ਤੋਂ ਬਾਅਦ ਜਿਹੜਾ ਗੁਰੂ ਨਾਨਕ ਦੇ ਘਰ ਦੀ ਕਿਰਪਾ ਲੈਣੀ ਚਾਹੁੰਦਾ ਹੈ, ਗੁਰੂ ਨਾਨਕ ਦੇ ਘਰ ਵਿੱਚ ਰਹਿਮਤ ਲੈਣੀ ਚਾਹੁੰਦਾ ਹੈ, ਉਹ ਜਦੋਂ ਤੇਰੀ ਤਰ੍ਹਾਂ ਸਿੱਖੀ ਸਿਦਕ ਨਿਭਾਵੇਗਾ ਤਾਂ ਹੀ ਉਹਦੇ ਤੇ ਰਹਿਮਤ ਹੋਵੇਗੀ। ਇਹ ਸਭ ਤੋਂ ਵੱਡਾ ਸਿੱਖੀ ਸਿਦਕ ਹੈ ਵੀ ਜਦੋਂ ਬਾਣੀ ਪੜ੍ਹਨ ਤੇ ਪਾਬੰਦੀ ਲੱਗ ਰਹੀ ਹੋਵੇ, ਉਦੋਂ ਬਾਣੀ ਪੜ੍ਹਨ ਦੇ ਨਾਲ ਨਾਲ ਦੂਸਰਿਆਂ ਨੂੰ ਪੜ੍ਹਾਉਣ ਦਾ ਯਤਨ ਕਰ ਰਹੇ ਹੋਣ। ਸਮਾਂ ਆਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ। ਧੰਨ ਬਾਬਾ ਦੀਪ ਸਿੰਘ ਜੀ ਵਧੇ ਨੇ ਤੇ ਕਹਿੰਦੇ 10,000 ਗੁਰੂ ਕੇ ਸਿੱਖ ਉਹ ਬਾਬਾ ਦੀਪ ਸਿੰਘ ਜੀ ਦੇ ਨਾਲ ਗਏ ਆ। ਕਹਿੰਦੇ ਉਹ ਆਪ ਸਾਰੇ ਜਾਣਦੇ ਹੋ, ਲਕੀਰ ਖਿੱਚੀ ਹੈ। ਬਾਬਾ ਦੀਪ ਸਿੰਘ ਜੀ ਨੇ ਪੁੱਛਿਆ ਵੀ ਜੇ ਕੋਈ ਜਾਣਾ ਚਾਹੁੰਦਾ ਤੇ ਜਾ ਸਕਦਾ ਹੈ, ਅੱਗੇ ਮੌਤ ਹੈ, ਅੱਗੇ ਜੀਵਨ ਨਹੀਂ ਹੈ। ਪਰ ਜਦੋਂ ਕੋਈ ਕਮਾਈ ਵਾਲਾ ਮਰਨ ਵਾਸਤੇ ਵੀ ਕਵੇ ਤੇ ਸੱਚਮੁੱਚ ਉਸ ਸਾਹਮਣੇ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਉਸ ਬਜ਼ੁਰਗ ਜਰਨੈਲ ਨੇ ਲਲਕਾਰ ਕੇ ਕਿਹਾ ਸਾਹਮਣੇ ਮੌਤ ਹੈ, ਤੇ 10,000 ਦੇ ਵਿੱਚੋਂ ਇੱਕ ਵੀ ਵਾਪਸ ਨਹੀਂ ਮੁੜਿਆ। ਕਹਿਣ ਲੱਗੇ ਜਥੇਦਾਰ ਹੋ ਕੇ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਬਾਜਾਂ ਵਾਲੇ ਦੇ ਚਰਨਾਂ ਤੋਂ ਜਿੰਦੜੀਆਂ ਕੁਰਬਾਨ ਕਰਾਂਗੇ। ਅਸਲ ਵਿੱਚ ਜੋ ਸ਼ਹੀਦ ਹੁੰਦੇ ਨੇ ਨਾ, ਉਹਨਾਂ ਦਾ ਭਾਵੇਂ ਜਨਮ ਦਿਹਾੜਾ ਵੀ ਹੋਵੇ ਨਾ, ਉਹਨਾਂ ਦੇ ਜਨਮ ਦੇ ਵਿੱਚ ਵੀ ਉਹਨਾਂ ਦੇ ਮਰਨ ਦੀ ਗੱਲ ਆਪਣੇ ਆਪ ਆਵੇਗੀ। ਕਿਉਂਕਿ ਸੰਸਾਰ ਵਿੱਚ ਲੋਕ ਜੰਮਦੇ ਨੇ, ਜਨਮ ਲੈਂਦੇ ਨੇ, ਜਨਮ ਲੈ ਕੇ ਵੀ ਕਿਸੇ ਦਾ ਕੁਝ ਨਹੀਂ ਸਵਾਰਦੇ। ਉਸ ਤੋਂ ਬਾਅਦ ਮਰਦੇ ਨੇ, ਮਰ ਕੇ ਵੀ ਕਿਸੇ ਦਾ ਕੁਝ ਨਹੀਂ ਸਵਾਰਦੇ। ਪਰ ਜਿਹੜੇ ਗੁਰੂ ਕੇ ਸ਼ਹੀਦ ਹੁੰਦੇ ਨੇ, ਇਹ ਜਨਮ ਲੈ ਕਰਕੇ ਵੀ ਲੱਖਾਂ ਨੂੰ ਜੋੜਦੇ ਆ, ਪਰ ਜਦੋਂ ਜਨਮ ਲੈਣ ਤੋਂ ਬਾਅਦ ਸ਼ਹਾਦਤ ਦਿੰਦੇ ਆ, ਮਰਦੇ ਨੇ ਗੁਰੂ ਦੇ ਚਰਨਾਂ ਤੋਂ। ਸੱਚਮੁੱਚ ਮਰ ਕੇ ਵੀ ਇਹ ਫਿਰ ਆਉਣ ਵਾਲੀ ਕਈ ਪੀੜ੍ਹੀਆਂ ਨੂੰ ਗੁਰੂ ਕੇ ਉਪਦੇਸ਼ ਤੇ ਚੱਲਣ ਦੀ ਸਿੱਖਿਆ ਦੇ ਜਾਂਦੇ ਆ। ਬਾਬਾ ਦੀਪ ਸਿੰਘ ਜੀ, ਉਹਨਾਂ ਦੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਸਥਾਨ ਚੱਬੇ ਹੈ, ਉਹ ਪਹਿਲਾਂ ਬਾਬਾ ਨੌਧ ਸਿੰਘ ਜੀ ਸ਼ਹੀਦ ਹੁੰਦੇ ਨੇ ਜਮਾਲ ਖਾਂ ਦੇ ਨਾਲ ਜੰਗ ਕਰਦੇ ਕਰਦੇ। ਉੱਥੇ ਚੱਬੇ ਬਾਬਾ ਨੌਧ ਸਿੰਘ ਜੀ ਦਾ ਸ਼ਹੀਦੀ ਬੁੰਗਾ ਅੱਜ ਵੀ ਹੈ, ਸੰਗਤਾਂ ਜਾਂਦੀਆਂ ਉੱਥੇ ਨਮਸਕਾਰਾਂ ਕਰਦੀਆਂ। ਹੁਣ ਵੇਖੋ, ਉਸ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਗੁਰਦੁਆਰਾ ਟਾਹਲਾ ਸਾਹਿਬ, ਜਿੱਥੇ ਧੰਨ ਬਾਬਾ ਦੀਪ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਖੰਡਾ ਵਾਹ ਰਹੇ ਆ। ਇੱਕ ਪਾਸੇ ਬਾਬਾ ਦੀਪ ਸਿੰਘ ਹੈ, ਦੂਸਰੇ ਪਾਸੇ ਜਮਾਲ ਖਾਨ ਹੈ। ਇੱਧਰੋਂ ਬਾਬਾ ਦੀਪ ਸਿੰਘ ਖੰਡਾ ਵਾਹ ਰਹੇ ਆ, ਉਸ ਪਾਸੇ ਉਹ ਸ਼ਮਸ਼ੀਰ ਵਾਹ ਰਿਹਾ। ਕਹਿੰਦੇ ਦੋਵੇਂ ਜਰਨੈਲ ਆਪਸ ਵਿੱਚ ਇੱਕ ਦੂਸਰੇ ਤੇ ਵਾਰ ਕਰਦੇ ਆ। ਕਹਿੰਦੇ ਇੱਕ ਪਾਸੇ ਉਹਦੇ ਕੋਲ ਸ਼ਸਤਰ ਹੈ, ਇੱਕ ਪਾਸੇ ਬਾਬਾ ਦੀਪ ਸਿੰਘ ਕੋਲ ਸ਼ਸਤਰ ਹੈ। ਜਰਨੈਲ ਦੋਵੇਂ ਬਹੁਤ ਤਗੜੇ ਨੇ, ਦੋਵਾਂ ਦੀ ਜਿਹੜੀ ਬਹਾਦਰੀ, ਉਹਨਾਂ ਦੇ ਉੱਤੇ ਕਮੀ ਨਹੀਂ ਕੱਢੀ ਜਾ ਸਕਦੀ। ਪਰ ਇੱਕ ਜਰਨੈਲ ਕੋਲ ਕੇਵਲ ਮੁਗਲਿਆ ਸਲਤਨਤ ਦੇ ਸ਼ਸਤਰ ਆ, ਪਰ ਇੱਕ ਜਰਨੈਲ ਕੋਲ ਬਾਜਾਂ ਵਾਲੇ ਦੇ ਦਿੱਤੇ ਖੰਡੇ ਦੇ ਨਾਲ ਨਾਲ ਬਾਜਾਂ ਵਾਲੇ ਦੀ ਅਸੀਸ ਹੈ, ਬਾਜਾਂ ਵਾਲੇ ਦਾ ਥਾਪੜਾ ਹੈ। ਦੋਵੇਂ ਜਰਨੈਲਾਂ ਨੇ ਵਾਰ ਕੀਤਾ। ਸਿਰ ਬਾਬਾ ਦੀਪ ਸਿੰਘ ਜੀ ਦਾ ਵੀ ਲਹਿੰਦਾ ਹੈ, ਧੜ ਤੋਂ ਵੱਖਰਾ ਹੁੰਦਾ ਹੈ, ਤੇ ਸਿਰ ਜਮਾਲ ਖਾਂ ਦਾ ਵੀ ਧੜ ਤੋਂ ਜੁਦਾ ਹੁੰਦਾ ਹੈ। ਪਰ ਜਮਾਲ ਖਾਂ ਦੇ ਵਿੱਚ ਤਾਕਤ ਨਹੀਂ ਸੀਸ ਤਲੀ ਤੇ ਟਿਕਾ ਸਕੇ, ਤੇ ਦੂਸਰੇ ਪਾਸੇ ਜਪਜੀ ਨੂੰ ਰੋਜ਼ ਹਿਰਦੇ ਵਿੱਚ ਵਸਾਉਣ ਵਾਲਾ ਧੰਨ ਬਾਬਾ ਦੀਪ ਸਿੰਘ ਸੀਸ ਤਲੀ ਤੇ ਟਿਕਾਉਂਦਾ। ਤੇ ਉੱਥੇ ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ, ਸੀਸ ਤਲੀ ਪਰ ਰੱਖ ਕਰ ਇੱਕ ਸੂरमा ਲੜਾ ਥਾ कि मौत भी हैरान होकर देख रही थी, करामाते इश्क खुदा का कि खुदा दे इश्क दी न्यारी करामात है कि धन बाबा दीप सिंह वर्गा सूरमा अज तक दुनिया ते नज़र नहीं आउंदा जिहड़ा सीस तली ते टका करके प्यारे नूं रिझाउण वास्ते जावे। टाला साहब तो 4-5 किलोमीटर तो भी ज़्यादा ही होना सचखंड श्री हरिमंदर साहब, जिथे तक बाबा दीप सिंह सीस तली ते टका के लड़ते जा रहे आ, उत्थों तक धन बाबा दीप सिंह सीस तली ते टकाया होया सचखंड श्री हरिमंदर साहब पहुँचे। पापी नूं सोधिया, सारी दी सारी फौज दा सोधा लाया। अखीर गुरु रामदास सच्चे पातशाह दे घर विच नमस्कार करन वास्ते सब तो पहलां 5 परिक्रमावां कीतियां। 5 परिक्रमावां करके तां भी अरदास पता की कीती है, अखीरली परिक्रमा दे विच खड़ के अरदास कीती है, ऐ गुरु रामदास सच्चे पातशाह सिੱਖੀ सिदक निभाउंदियां जाने अणजाने बेअंत भुल्लां होईयां भुल्लां बख्श लैणियां,
ਤੇ ਦੀਪ ਸਿੰਘ ਨੂੰ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ਣਾ। ਇਹ ਹੈ ਸ਼ਹੀਦਾਂ ਦੀ ਅਰਦਾਸ। ਇਹ ਹੈ, ਵੇਖੋ ਮੈਂ ਅਕਸਰ ਕਹਿੰਦਾ, ਆਪਾਂ ਅਰਦਾਸ ਕਰਦੇ ਹਾਂ, ਅਰਦਾਸੀਆ ਜਦੋਂ ਅਰਦਾਸ ਕਰਦਾ ਨਾ ਸਾਰੇ ਜਾਣੇ ਖੜ ਜਾਂਦੇ ਨੇ ਹੱਥ ਜੋੜ ਕੇ। ਜਦੋਂ ਫਿਰ ਅਰਦਾਸੀਆ ਕਹਿੰਦਾ ਬੋਲੋ ਜੀ, ਬਸ ਉਦੋਂ ਹੀ ਚੇਤੇ ਆਉਂਦਾ ਵੀ ਹੁਣ ਵਾਹਿਗੁਰੂ ਕਹਿਣਾ ਹੈ। ਉਹ ਜਿਹੜੇ ਅਰਦਾਸ ਦੇ ਬਾਕੀ ਪਹਿਰੇ ਹੁੰਦੇ ਆ ਉਹ ਕੋਈ ਨਹੀਂ ਧਿਆਨ ਨਾਲ ਸੁਣਦਾ। ਪਰ ਅਰਦਾਸ ਵਿੱਚ ਭਾਵੇਂ ਜਦੋਂ ਖੜਦੇ ਹੋ ਬੜੀ ਭਾਵਨਾ ਨਾਲ ਅਰਦਾਸ ਸੁਣਿਆ ਕਰੋ। ਜਦੋਂ ਸ਼ੁਰੂ ਹੁੰਦੀ ਹੈ ਨਾ, ਪ੍ਰੀਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਜਿਵੇਂ ਜਿਵੇਂ ਗੁਰੂ ਸਾਹਿਬ ਦੇ ਨਾਮ ਆਈ ਜਾਂਦੇ ਆ, ਬਸ ਸੱਚਮੁੱਚ ਤਿਵੇਂ ਤਿਵੇਂ ਉਹਨਾਂ ਗੁਰੂ ਸਾਹਿਬਾਂ ਦੀਆਂ ਰਹਿਮਤਾਂ ਵੀ ਨਾਲ ਨਾਲ ਖੜੀਆਂ ਹੋਈ ਜਾਂਦੀਆਂ। ਅਖੀਰ ਫਿਰ ਜਦੋਂ ਗੁਰੂ ਕੇ ਸਿੱਖ ਕਹਿੰਦੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ। ਅਸੀਂ ਨਾ ਚਰਖੜੀਆਂ ਤੇ ਚੜ ਸਕਦੇ ਹਾਂ, ਨਾ ਬੰਦ ਬੰਦ ਕਟਾ ਸਕਦੇ ਹਾਂ, ਨਾ ਖੋਪੜੀਆਂ ਲੁਹਾ ਸਕਦੇ ਹਾਂ, ਪਰ ਇੱਕ ਕੰਮ ਕਰ ਸਕਦੇ ਹਾਂ, ਜਿਨ੍ਹਾਂ ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹਾਂ। ਤੇ ਚੇਤੇ ਰੱਖਿਓ, ਜਦੋਂ ਅਰਦਾਸ ਵਿੱਚ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਵਾਹਿਗੁਰੂ ਕਹਿੰਦੇ ਹਾਂ, ਤੇ ਸੱਚਮੁੱਚ ਉਹਨਾਂ ਦੀਆਂ ਕਮਾਈਆਂ ਸਾਡੇ ਆਲੇ ਦੁਆਲੇ ਔਰਾ ਵੀ ਬਣਾਉਂਦੀਆਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਉਹ ਆਲੇ ਦੁਆਲੇ ਫਿਰ ਔਰਾ ਵੀ ਬਣਾਉਂਦੀਆਂ ਜਦੋਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ। ਇਸ ਤੋਂ ਬਾਅਦ ਅਰਦਾਸ ਵਿੱਚ ਇੱਕ ਪਹਿਰਾ ਆਉਂਦਾ ਹੈ, ਪ੍ਰਿਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤੇ ਆਵੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ। ਅੱਜ ਤੱਕ ਦੁਨੀਆ ਵਿੱਚ ਕੇਵਲ ਖਾਲਸਾ ਪੰਥ ਐਸਾ ਹੈ ਜਿਸ ਪੰਥ ਦੀ ਅਰਦਾਸ ਦੇ ਵਿੱਚ ਗੁਰੂ ਦੇ ਨਾਮ ਨਾਲ ਤੇ ਗੁਰੂ ਜੁੜਦਾ ਹੋਵੇ, ਪਰ ਗੁਰੂ ਕੇ ਮੁਰੀਦਾਂ ਦੇ ਨਾਮ ਨਾਲ ਵੀ ਗੁਰੂ ਖਾਲਸਾ ਜੁੜਦਾ ਹੈ। ਇਹ ਵਡਿਆਈ ਗੁਰੂ ਗੋਬਿੰਦ ਸਿੰਘ ਨੇ ਦਿੱਤੀ। ਖਾਲਸਾ ਮੇਰੋ ਸਤਿਗੁਰ ਪੂਰਾ, ਇਹਨੇ ਸਤਿਗੁਰ ਕਿਹਾ ਖਾਲਸਿਆਂ ਨੂੰ। ਪਰ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਇੱਕ ਦੂਸਰੇ ਨੂੰ ਖਾਲਸਾ ਜੀ ਕਹਿੰਦੇ ਆ। ਵੇਖੋ ਸਤਿਗੁਰੂ ਨੇ ਕਿਹਾ ਜਿੱਥੇ ਖਾਲਸੇ ਦੀ ਅਰਦਾਸ ਹੈ ਨਾ, ਉੱਥੇ ਖਾਲਸੇ ਵਾਸਤੇ ਕੁਝ ਨਹੀਂ ਮੰਗਿਆ। ਉੱਥੇ ਕੇਵਲ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਹੈ ਕਿ ਖਾਲਸੇ ਨੂੰ ਕੇਵਲ ਨਾਮ ਚਿੱਤੇ ਆਵੇ। ਤੇ ਜਦੋਂ ਖਾਲਸੇ ਨੂੰ ਨਾਮ ਚਿਤ ਆਉਂਦਾ ਹੈ, ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਦੋਂ ਖਾਲਸਾ ਰਸਨਾ ਤੋਂ ਵਾਹਿਗੁਰੂ ਕਹਿੰਦਾ ਹੈ, ਫਿਰ ਖਾਲਸਾ ਜਿੱਥੇ ਜਾਂਦਾ ਸੁੱਖ ਵਰਤਾ ਦਿੰਦਾ ਹੈ। ਤੇ ਜਦੋਂ ਸੁੱਖ ਵਰਤਦਾ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਪੁੱਛਿਆ ਬਾਜਾਂ ਵਾਲੇ ਨੂੰ, ਖਾਲਸਾ ਜਿੱਥੇ ਜਾਵੇ ਸੁੱਖ ਕਿਉਂ ਵਰਤਦਾ? ਕਲਗੀਆਂ ਵਾਲਾ ਕਹਿੰਦਾ ਜਿੱਥੇ ਗੁਰੂ ਖਾਲਸਾ ਜਾਂਦਾ ਹੈ, ਖਾਲਸਾ ਫਿਰ ਕੱਲਾ ਨਹੀਂ ਜਾਂਦਾ, ਬਾਜਾਂ ਵਾਲਾ ਵੀ ਖਾਲਸੇ ਦੇ ਨਾਲ ਹੀ ਜਾਂਦਾ ਹੈ। ਜਿੱਥੇ ਇੱਕ ਅੰਮ੍ਰਿਤਧਾਰੀ ਸਿੰਘ ਚਲਿਆ ਜਾਵੇ, ਉੱਥੇ ਗੁਰੂ ਗੋਬਿੰਦ ਸਿੰਘ ਖੁਦ ਚਲੇ ਜਾਂਦੇ ਆ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਪੁੱਛਿਆ ਜੀ ਜਦੋਂ ਖਾਲਸਾ ਜਾਂਦਾ, ਗੁਰੂ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਦਾ। ਪਰ ਪੁੱਛਿਆ ਵੀ ਆਪਾਂ ਤੇ ਮਿੱਟੀ ਦੇ ਪੁਤਲੇ ਆ, ਜੇ ਇੰਨੀ ਤਪੱਸਿਆ ਇੰਨਾ ਜਪ ਤਪ ਹੀ ਨਾ ਹੋਵੇ, ਬੰਦਗੀ ਨਾ ਹੋਵੇ, ਫਿਰ ਸਤਿਗੁਰੂ ਕਹਿੰਦੇ ਜਿਹੜਾ ਅਕਾਲ ਪੁਰਖ ਹੈ ਉਹ ਬਿਰਦ ਕੀ ਪੈਜ ਰੱਖਦਾ ਹੈ। ਜਿਹੜਾ ਤਨ ਤੇ ਗਾਤਰਾ ਪਾਇਆ ਹੈ, ਜਿਹੜੀ ਸੀਸ ਤੇ ਦਸਤਾਰ ਸਜਾਈ ਹੈ, ਜਿਹੜਾ ਤਨ ਤੇ ਬਾਜਾਂ ਵਾਲੇ ਦਾ ਬਾਣਾ ਸਜਾਇਆ ਹੈ, ਭਾਵੇਂ ਖਾਲਸੇ ਕੋਲ ਫਿਰ ਬਹੁਤਾ ਜਪ ਤਪ ਨਾ ਵੀ ਹੋਵੇ, ਕੇਵਲ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦਾ ਹੋਵੇ, ਪਰ ਜਦੋਂ ਖਾਲਸੇ ਤੇ ਅਣੀ ਬਣ ਜਾਵੇ, ਫਿਰ ਖਾਲਸੇ ਦੀ ਕੀਤੀ ਅਰਦਾਸ ਕਲਾ ਵਰਤਾਉਂਦੀ ਹੈ ਤੇ ਗੁਰੂ ਤਨ ਤੇ ਪਾਏ ਹੋਏ ਬਿਰਦ ਬਾਣੇ ਦੀ ਲਾਜ ਰੱਖਦਾ ਹੈ। ਬਿਰਦ ਬਾਣੇ ਕੀ ਪੈਜ ਉਹ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਰੱਖਦਾ ਹੈ। ਬਿਰਦ ਕੀ ਪੈਜ ਪੰਥ ਕੀ ਜੀਤ। ਤੇ ਜਦੋਂ ਬਿਰਦ ਦੀ ਪੈਜ ਕਲਗੀਧਰ ਸਵਾਮੀ ਰੱਖਦਾ ਹੈ, ਫਿਰ ਪੰਥ ਦੀ ਜੀਤ ਹੁੰਦੀ ਹੈ। ਜਿਸ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਦੀ ਜਿੱਤ ਹੋਈ ਕਿ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕਰਕੇ ਵੀ ਇਹ ਗੱਲ ਕਹਿਣੀ ਕਿ ਅੱਜ ਮੌਤ ਇੱਕ ਪਾਸੇ ਹੋ ਜਾਵੇ, ਪਰ ਪਹਿਲਾਂ ਗੁਰੂ ਰਾਮਦਾਸ ਦੇ ਘਰ ਵਿੱਚ ਜਾ ਕੇ ਪਰਿਕਰਮਾ ਕਰਕੇ ਅਰਦਾਸ ਕਰਕੇ ਪਾਪੀ ਨੂੰ ਸੋਧਾ ਲਾਉਣਾ ਹੈ। ਪਰ ਖਾਲਸੇ ਵਾਸਤੇ ਤਾਂ ਵਾਹਿਗੁਰੂ ਵਾਹਿਗੁਰੂ ਹੀ ਹੈ। ਪਰ ਜਿਹੜਾ ਸਿੱਖ ਹੈ, ਜਦੋਂ ਤੱਕ ਆਪਾਂ ਸਿੱਖ ਹਾਂ ਨਾ, ਉਦੋਂ ਤੱਕ ਇਹ ਪਹਿਰਾ ਸਾਨੂੰ ਪੜ੍ਹਨਾ ਚਾਹੀਦਾ ਹੈ ਅਰਦਾਸੀਏ ਦੇ ਨਾਲ।
ਤੇ ਇਹ ਨਹੀਂ ਵੀ ਸਿੱਖ ਆਪਾਂ 2 ਸਾਲ ਗੁਰੂ ਘਰ ਆਏ ਤੇ ਆਪਾਂ ਹੁਣ ਖਾਲਸੇ ਬਣ ਗਏ। ਉਹ ਤੇ ਗੁਰੂ ਸਾਨੂੰ ਖਾਲਸਾ ਬਣਾ ਰਿਹਾ, ਪਰ ਅਸੀਂ ਰਹਿੰਦੇ ਸਵਾਸਾਂ ਤੱਕ ਹੀ ਸਿੱਖ ਹਾਂ। ਅਸੀਂ ਰਹਿੰਦੇ ਸਵਾਸਾਂ ਤੱਕ ਇੱਕ ਚੀਜ਼ ਕਹਿਣੀ ਹੈ ਅਰਦਾਸੀਏ ਨਾਲ, ਜਦੋਂ ਅਰਦਾਸ ਹੋਵੇ ਕਿ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਪਾਤਸ਼ਾਹ ਸਾਨੂੰ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ੀ। ਪਰ ਸਿੱਖੀ ਕਿਵੇਂ ਨਿਭੇਗੀ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ। ਜਦੋਂ ਇਹ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੇਸਾਂ ਦੀ ਸੰਭਾਲ ਕਰਨਗੇ, ਕੇਸ ਦਾਨ, ਰਹਿਤ ਦਾਨ। ਕੇਸਾਂ ਤੋਂ ਬਾਅਦ ਇਹਨਾਂ ਕੋਲ ਗੁਰਬਾਣੀ ਦੀ ਰਹਿਤ ਹੋਵੇਗੀ ਤੇ ਰਹਿਤ ਤੋਂ ਬਾਅਦ ਵਿਵੇਕ ਦਾਨ। ਅੱਜ ਸਿੱਖਾਂ ਕੋਲ ਵਿਵੇਕ ਹੋਣਾ ਬਹੁਤ ਜ਼ਰੂਰੀ ਹੈ। ਕੋਈ ਬਹਿ ਜਾਵੇ ਰੱਬ ਦਾ ਸ਼ਰੀਕ ਬਣ ਕੇ, ਸਿੱਖ ਕਤਾਰਾਂ ਬਣ ਕੇ ਜਾਂਦੇ ਹੋਣ, ਇਹਦਾ ਮਤਲਬ ਫਿਰ ਸਿੱਖ ਕੋਲ ਵਿਵੇਕ ਬੁੱਧੀ ਨਹੀਂ ਹੈ। ਜਿਹਦੇ ਕੋਲ ਵਿਵੇਕ ਬੁੱਧੀ ਹੋਵੇਗੀ ਉਹ ਮਰ ਜਾਵੇਗਾ ਪਰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਹੀਂ ਛੱਡੇਗਾ। ਉਹਦੇ ਸਾਹਮਣੇ ਵੱਡੇ ਤੋਂ ਵੱਡਾ ਪ੍ਰਪੰਚ ਹੋ ਜਾਵੇ ਪਰ ਗੁਰੂ ਨਾਨਕ ਦਾ ਬੂਹਾ ਨਹੀਂ ਛੱਡੇਗਾ। ਮੈਂ ਇਸ ਵਾਰ ਮੰਜੀ ਸਾਹਿਬ ਦੁਆ ਨਾਲ ਭਾਈ ਨੰਦ ਲਾਲ ਜੀ ਦਾ ਬਚਨ ਸੁਣਾਇਆ ਸੀ, ਕਿਉਂਕਿ ਫਿਰ ਮੈਂ ਫਤਿਹ ਬੁਲਾਵਾਂਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਨੰਦਪੁਰ ਦੀ ਧਰਤੀ ਤੇ ਕਹਿੰਦੇ ਹਵਾ ਬਹੁਤ ਚੱਲਣ ਲੱਗ ਪਈ ਤੇ ਭਾਈ ਨੰਦ ਲਾਲ ਜੀ ਦੇ ਨੇਤਰ ਭੇਜਾਏ। ਜਦੋਂ ਨੇਤਰ ਭੇਜਾਏ ਹਵਾ ਫਿਰ ਵੀ ਚੱਲ ਰਹੀ ਸੀ ਤੇ ਭਾਈ ਨੰਦ ਲਾਲ ਜੀ ਹਵਾ ਨੂੰ ਕਹਿੰਦੇ ਆ, ਹਵਾ ਮੇਰੀ ਤੇਰੀ ਅੱਗੇ ਇੱਕ ਪੁਕਾਰ ਹੈ, ਇੱਕ ਅਰਜ਼ੋਈ ਹੈ। ਹਵਾ ਨੇ ਪੁੱਛਿਆ ਕੀ ਅਰਜ਼ੋਈ ਹੈ ਨੰਦ ਲਾਲ? ਨੰਦ ਲਾਲ ਜੀ ਕਵੀ ਨੇ, ਕਵੀਆਂ ਦੇ ਆਪਣੇ ਖਿਆਲ ਨੇ। ਨੰਦ ਲਾਲ ਜੀ ਕਹਿੰਦੇ ਹਵਾ ਤੂੰ ਬਹੁਤ ਤੇਜ਼ ਚੱਲਦੀ ਹੈ, ਤੇਰੇ ਅੱਗੇ ਇੱਕ ਅਰਜ਼ੋਈ ਹੈ। ਹਵਾ ਪੁੱਛਦੀ ਹੈ ਨੰਦ ਲਾਲ ਕੀ ਅਰਜ਼ੋਈ ਹੈ? ਭਾਈ ਨੰਦ ਲਾਲ ਕਹਿੰਦੇ ਹਵਾ ਮੈਂ ਪੁਕਾਰ ਕਰਦਾ, ਅਰਜ਼ੋਈ ਕਰਦਾ, ਤਰਲਾ ਕਰਦਾ ਕਿ ਕੱਲ ਨੂੰ ਨੰਦ ਲਾਲ ਦੀ ਮੌਤ ਹੋ ਜਾਵੇ, ਨੰਦ ਲਾਲ ਮਰ ਜਾਵੇ। ਮਰਨ ਤੋਂ ਬਾਅਦ ਨੰਦ ਲਾਲ ਦੇ ਸਰੀਰ ਦੀ ਜਦੋਂ ਸਵਾਹ ਬਣੇ, ਰਾਖ ਬਣੇ, ਤੇ ਨੰਦ ਲਾਲ ਚਾਹੁੰਦਾ ਹੈ ਹਵਾ ਕਿ ਨੰਦ ਲਾਲ ਦੇ ਸਰੀਰ ਦੀ ਸਵਾਹ ਵੀ ਕਿਸੇ ਬਗਾਨੇ ਦੇ ਬੂਹੇ ਤੇ ਨਾ ਜਾਵੇ। ਨੰਦ ਲਾਲ ਦੇ ਸਰੀਰ ਦੀ ਸਵਾਹ ਵੀ ਉਹ ਬਾਜਾਂ ਵਾਲੇ ਦੇ ਚਰਨਾਂ ਵਿੱਚ ਰਵੇ। ਇਹ ਸਿੱਖ ਦੀ ਭਾਵਨਾ ਹੈ, ਜਿਉਣਾ ਬਾਜਾਂ ਵਾਲੇ ਦੇ ਚਰਨਾਂ ਵਿੱਚ, ਤੇ ਜੇ ਜਿਉਣ ਤੋਂ ਬਾਅਦ ਮਰਨਾ ਹੈ, ਮਰਨਾ ਵੀ ਬਾਜਾਂ ਵਾਲੇ ਦੇ ਚਰਨਾਂ ਵਿੱਚ, ਤੇ ਮਰ ਕੇ ਰਹਿਣਾ ਵੀ, ਮਰਨ ਤੋਂ ਬਾਅਦ ਵੀ ਜੇ ਰਹਿਣਾ ਹੈ ਤੇ ਬਾਜਾਂ ਵਾਲੇ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ। ਇਹ ਹੈ ਵਿਵੇਕ ਦਾਨ। ਵਿਵੇਕ ਬੁੱਧੀ ਹੋਣੀ ਜ਼ਰੂਰੀ ਹੈ। ਤੇ ਫਿਰ 2 ਦਾਨ ਬਾਰ-ਬਾਰ ਮੰਗਿਆ, ਵਿਸਾਹੋ ਦਾਨ, ਭਰੋਸਾ ਦਾਨ। ਵਿਸਾਹੋ ਤੇ ਭਰੋਸਾ ਇੱਕੋ ਹੈ। ਕਹਿੰਦੇ ਤੈਨੂੰ ਗੁਰੂ ਨਾਨਕ ਦੇ ਘਰ ਦੇ ਅਥਾਹ ਵਿਸਾਹ ਤੇ ਭਰੋਸਾ ਹੋਣਾ ਜ਼ਰੂਰੀ ਹੈ। ਜੇ ਤੇਰਾ ਭਰੋਸਾ ਬਾਣੀ ਤੇ ਨਾ ਹੋਇਆ ਤੂੰ ਟੁੱਟ ਜਾਵੇਂਗਾ। ਆਪਾਂ ਵੀ ਕਈ ਵਾਰ ਮਹਾਂਪੁਰਸ਼ ਬੈਠੇ ਨੇ ਨਾ, ਤੇ ਕਈ ਵਾਰ ਸੁਭਾਵਕ ਹੀ ਬੰਦਾ ਆ ਕੇ ਕਹਿ ਦਿੰਦਾ ਮਹਾਂਪੁਰਸ਼ਾਂ ਨੂੰ, ਬਾਬਾ ਜੀ ਮੇਰੀ ਆਹ ਅਰਦਾਸ ਕਰ ਦਿਓ, ਜੇ ਆ ਹੋ ਗਿਆ ਮੈਂ ਕਰ ਦੂੰ, ਜੇ ਆ ਹੋ ਗਿਆ ਤੇ ਮੈਂ ਇਹ ਪਾਠ ਕਰਾ ਦੂੰ, ਜੇ ਬਾਬਾ ਜੀ ਆ ਹੋ ਗਿਆ ਉਦੋਂ ਲੰਗਰ ਲਾ ਦੇਵਾਂਗੇ। ਵੀ ਪਹਿਲੀ ਗੱਲ ਤਾਂ ਇਹ ਤੂੰ ਅਰਦਾਸ ਕਰਾਉਣ ਆਇਆ, ਤੇਰੀ ਰਸਨਾ ਤੇ ਪਹਿਲਾਂ ਹੀ ਇਹ ਹੈ ਵੀ ਜੇ ਐ ਹੋ ਗਿਆ, ਤੇ ਜੇ ਪਹਿਲਾਂ ਹੀ ਜੇ ਸੋਚ ਕੇ ਆਇਆ ਫਿਰ ਹੋਣਾ ਹੀ ਕੀ ਹੈ। ਪਹਿਲਾਂ ਤੇ ਭਰੋਸਾ ਹੋਵੇ ਵੀ ਜੇ ਗੁਰੂ ਨਾਨਕ ਕੋਲ ਚੱਲਾਂ, ਜਿਹੜੀ ਦਾਤ ਕੋਈ ਨਹੀਂ ਦੇ ਸਕਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਸਕਦੇ ਆ। ਫਿਰ ਦੂਸਰਾ, ਜਦੋਂ ਫਿਰ ਅਰਦਾਸ ਕਰਨ ਜਾਈਏ ਫਿਰ ਮੰਗਤੀ ਬਣ ਕੇ ਜਾਈਏ, ਦੇਣ ਵਾਲੇ ਨਾ ਬਣੀਏ। ਕਦੇ ਭਿਖਾਰੀ ਨੂੰ ਵੇਖਿਆ ਕਿਸੇ ਦੇ ਬੂਹੇ ਤੇ ਜਾਵੇ ਤੇ ਜਾ ਕੇ ਕਵੇ 10 ਰੁਪਏ ਦੇ ਦੇ, ਜੇ ਤੂੰ 10 ਦੇ ਤੇ ਮੈਂ 100 ਰੁਪਏ ਦੇ ਦੂੰਗਾ। ਜੇ ਕੋਈ ਕਵੇ, ਅਗਲਾ ਭਿਖਾਰੀ ਦੇ ਗੱਲ ਪੈ ਜਾਂਦਾ ਵੀ ਤੂੰ ਆਇਆ 10 ਮੰਗਣ ਹੈ, ਦੇਣ ਤੂੰ 100 ਰਿਹਾ। ਸੋ ਇਸ ਕਰਕੇ ਜਦੋਂ ਗੁਰੂ ਕੋਲ ਅਰਦਾਸ ਕਰਨ ਆਵੋ ਨਾ, ਇਹ ਪਹਿਲਾਂ ਹੀ ਨਾ ਮੰਗਣ ਲੱਗ ਜਾਇਆ ਕਰੋ ਵੀ ਜੇ ਤੂੰ ਦੇਤਾ ਤੇ ਮੈਂ ਕਰ ਦੂੰ। ਇਹ ਕੋਈ ਵਪਾਰ ਨਹੀਂ ਹੈ ਪਿਆਰਿਓ, ਇੱਥੇ ਤੇ ਕੇਵਲ ਇੱਕ ਤਰਲਾ ਹੈ। ਹਰ ਜੂ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸਰਨ ਗਹੀ ਕਿਰਪਾ ਨੀ ਤੇਰੀ। ਕਿ ਤੂੰ ਮੇਰੀ ਪੱਤ ਢੱਕ, ਮੇਰਾ ਪਰਦਾ ਢੱਕ। ਪਰ ਇੱਕ ਹੋਰ ਬੇਨਤੀ ਕਰਾਂ ਕਿ ਜਦੋਂ ਅਰਦਾਸ ਕਰਾ ਲੈਂਦੇ ਹੋ ਫਿਰ ਅਰਦਾਸ ਕਰਾ ਕੇ ਮੁੱਕਰਿਆ ਵੀ ਨਾ ਕਰੋ। ਆਪਾਂ ਕਈ ਵਾਰ ਜਦੋਂ ਤੇ ਲੋੜ ਹੁੰਦੀ ਹੈ ਉਦੋਂ ਅਰਦਾਸ ਕਰਾਉਂਦੇ ਹਾਂ ਵੀ ਮਹਾਰਾਜ ਕਿਰਪਾ ਕਰਕੇ ਦਾਤ ਦੇ ਦੇਣ, ਤੇ ਜਦੋਂ ਦਾਤ ਮਿਲ ਜਾਂਦੀ ਹੈ ਫਿਰ ਦਾਤੇ ਨੂੰ ਭੁੱਲ ਜਾਂਦੇ ਹਾਂ, ਕਰਤਾਰ ਨੂੰ ਭੁੱਲ ਜਾਂਦੇ ਹਾਂ। ਇਹ ਕੰਮ ਨਹੀਂ ਕਰਨਾ ਚਾਹੀਦਾ। ਜਿਸ ਮੁਰਸ਼ਦ ਦੇ ਘਰ ਦੇ ਵਿੱਚੋਂ ਦਾਤ ਮਿਲੀ ਹੋਵੇ, ਰਹਿੰਦੇ ਸਵਾਸਾਂ ਤੱਕ ਉਸ ਮੁਰਸ਼ਦ ਦੇ ਦੇਣਦਾਰ ਬਣ ਕੇ ਰਹਿਣਾ ਚਾਹੀਦਾ ਹੈ। ਇਹ ਮੁਰਸ਼ਦ ਐਸੀਆਂ ਝੋਲੀਆਂ ਭਰਦਾ ਕੋਈ ਨਹੀਂ ਭਰ ਸਕਦਾ, ਪਰ ਲੈ ਕਰਕੇ ਕਦੇ ਮੁੱਕਰਨਾ ਨਹੀਂ ਚਾਹੀਦਾ। ਮੈਂ ਇੱਕ ਭਗਤ ਦਾ
ਜੀਵਨ ਸੁਣਾਉਣਾ ਭਗਤ ਸਾਹਿਬ ਗ੍ਰੰਥ ਲਿਖ ਰਹੇ ਸੀ ਗੋਬਿੰਦ ਗੀਤਾ ਲਿਖ ਰਹੇ ਸਨ। ਕਹਿੰਦੇ ਜਦੋਂ ਸਾਰਾ ਗ੍ਰੰਥ ਲਿਖ ਰਹੇ ਸੀ ਅਖੀਰਲੀ ਪੰਕਤੀ ਭੁੱਲ ਗਏ, ਗ੍ਰੰਥ ਪੂਰਾ ਨਾ ਹੋਵੇ। ਬਹੁਤ ਗ੍ਰੰਥ ਫਰੋਲਣ, ਬਹੁਤ ਵਿਚਾਰ ਕਰਨ, ਪਰ ਪੰਕਤੀ ਨਾ ਪ੍ਰਫੁੱਲਤ ਹੋਵੇ। ਅਖੀਰ ਕਹਿੰਦੇ ਭਗਤ ਸਾਹਿਬ ਨੇ ਪਰਮਾਤਮਾ ਅੱਗੇ ਦੁਹਾਈ ਪਾਈ, ਪਰਮਾਤਮਾ ਕਿਰਪਾ ਕਰ ਪੰਕਤੀ ਦੱਸ ਦੇ। ਕਹਿੰਦੇ ਅਕਾਲ ਪੁਰਖ ਨੇ ਭਗਤੀ ਸੀ, ਅਕਾਲ ਪੁਰਖ ਨੇ ਕਿਰਪਾ ਕੀਤੀ, ਆਕਾਸ਼ਵਾਣੀ ਹੋਈ, ਪੰਕਤੀ ਦੱਸ ਦਿੱਤੀ। ਕਹਿੰਦੇ ਜਦੋਂ ਪੰਕਤੀ ਦੱਸ ਦਿੱਤੀ ਭਗਤ ਨੇ ਲਿਖ ਲਈ, ਗ੍ਰੰਥ ਪੂਰਾ ਹੋ ਗਿਆ। ਤੇ ਬਾਅਦ ਵਿੱਚ ਭਗਤ ਨੇ ਇੱਕ ਸ਼ਿਕਵਾ ਕੀਤਾ। ਸ਼ਿਕਵਾ ਇਹ ਕੀਤਾ, ਕਹਿੰਦਾ ਪਰਮਾਤਮਾ ਜੇ ਦੱਸਣੀ ਸੀ ਫਿਰ ਭੁਲਾਈ ਕਿਉਂ? ਭੁਲਾਈ ਵੀ ਤਾਂ ਤੂੰ ਹੀ ਹੈ ਨਾ, ਜੇ ਤੂੰ ਦੱਸਣੀ ਸੀ ਫਿਰ ਭੁਲਾਈ ਕਿਉਂ? ਤੇ ਪਰਮਾਤਮਾ ਕਹਿੰਦੇ ਮੈਂ ਤੈਨੂੰ ਆਪਣੇ ਤੋਂ ਦੂਰ ਨਹੀਂ ਸੀ ਕਰਨਾ ਚਾਹੁੰਦਾ। ਭਗਤ ਕਹਿੰਦਾ ਵੀ ਮੈਨੂੰ ਪੰਕਤੀ ਭੁਲਾਈ, ਮੈਂ ਇਹ ਪੁੱਛਿਆ, ਦੂਰ ਵਾਲੀ ਗੱਲ ਨਹੀਂ ਪੁੱਛੀ। ਪਰਮਾਤਮਾ ਨੇ ਕਿਹਾ ਭਗਤਾ ਜੇ ਤੂੰ ਗ੍ਰੰਥ ਆਪਣੇ ਆਪ ਪੂਰਾ ਕਰਦਾ ਤੈਨੂੰ ਹੰਕਾਰ ਹੋ ਜਾਣਾ ਸੀ, ਕਰਨ ਵਾਲਾ ਮੈਂ ਆ। ਬਸ ਜਿਹਨੂੰ ਹੰਕਾਰ ਹੋਵੇ ਉਹ ਮੇਰੇ ਤੋਂ ਦੂਰ ਹੋ ਜਾਂਦਾ ਹੈ, ਤੈਨੂੰ ਦੂਰ ਨਹੀਂ ਸੀ ਕਰਨਾ, ਇਸੇ ਕਰਕੇ ਤੈਨੂੰ ਭੁਲਾ ਦਿੱਤਾ। ਤੇ ਆਪਾਂ ਵੀ ਇਹੀ ਕਰਦੇ ਹਾਂ ਵੀ ਜਦੋਂ ਅਰਦਾਸ ਪੂਰੀ ਹੋ ਜਾਣੀ ਹੈ ਫਿਰ ਆਪਾਂ ਹੰਕਾਰ ਕਰ ਲੈਂਦੇ ਹਾਂ ਵੀ ਲੈ ਤਾਂ ਮੈਂ ਹੀ ਕੀਤਾ ਹੈ। ਸੋ ਇਸ ਕਰਕੇ ਗੁਰੂ ਅੱਗੇ ਹੀ ਅਰਦਾਸ ਕਰੀਏ, ਸਤਿਗੁਰੂ ਸਾਨੂੰ ਸਿੱਖੀ ਦਾ ਦਾਨ ਦੇਵੇ, ਕੇਸ ਦਾ ਦਾਨ ਦੇਵੇ, ਰਹਿਤ ਦਾਨ ਦੇਵੇ, ਵਿਵੇਕ ਦਾਨ ਦੇਵੇ, ਭਰੋਸਾ ਦਾਨ ਦੇਵੇ, ਨਾਮ ਦਾਨ ਦੇਵੇ, ਤੇ ਅਸੀਂ ਰਹਿੰਦੇ ਸਵਾਸਾਂ ਤੱਕ ਗੁਰੂ ਨਾਨਕ ਦੇ ਘਰ ਦੇ ਕੂਕਰ ਬਣ ਕੇ ਰਹੀਏ, ਸ਼ਬਦ ਦਾ ਹੋਕਾ ਦਿੰਦੇ ਰਹੀਏ, ਤਾਂ ਹੀ ਉਹ ਸਾਡੇ 'ਤੇ ਕਿਰਪਾ ਵਰਤੇਗੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਤਿਨਾਂ ਦੇ ਜਨਮ ਦਿਹਾੜੇ ਦੀਆਂ ਵੀ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਮੁਬਾਰਕ ਚਰਨ ਪਾਏ। ਆਪ ਸਮੁੱਚੀਆਂ ਸੰਗਤਾਂ ਨੂੰ ਆਪਣੇ ਖੁੱਲ੍ਹੇ ਦਰਸ਼ਨ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨਿਹਾਲ ਕਰ ਰਹੇ ਆ। ਉੱਥੇ ਹੀ ਸ਼੍ਰੀਮਾਨ ਸੰਤ ਬਾਬਾ ਰਜਿੰਦਰ ਸਿੰਘ ਜੀ ਸਰਾਣਾ ਸਾਹਿਬ ਵਾਲੇ ਮਹਾਂਪੁਰਸ਼ ਉਚੇਚੇ ਤੌਰ 'ਤੇ ਪਹੁੰਚੇ ਨੇ। ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਤੇ ਦਾਸ ਵਾਸਤੇ ਅਰਦਾਸ ਕਰਨੀ, ਕਲਗੀਧਰ ਪਾਤਸ਼ਾਹ ਮੱਤ 'ਤੇ ਪੜਦਾ ਨਾ ਪਾਉਣ, ਰਹਿੰਦੇ ਸਵਾਸਾਂ ਤੱਕ ਕਲਗੀਧਰ ਪਾਤਸ਼ਾਹ ਆਪਣੇ ਚਰਨਾਂ ਨਾਲ ਨਿਭਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।